ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ 590 590 ਅੰਕ ਤੋਂ ਸ਼ੁਰੂ ਕਰਨ ਲੱਗੇ ਹਾਂ ਗਿਆਨ। ਜਗਰੂਪ ਜੀ, ਤੁਹਾਡਾ ਮਾਈਕ ਬੰਦ ਕਰ ਦਿਓ ਪਲੀਜ਼। ਹਾਂ, 590 ਅੰਕ ਤੋਂ ਇਹ 12ਵੀਂ ਪੌੜੀ ਲੈਣ ਲੱਗੇ ਹਾਂ ਆਪਾਂ। ਵਡਹੰਸ ਰਾਗ ਦੀ ਜਿਹੜੀ ਚੌਥੀ ਪਾਤਸ਼ਾਹੀ ਦੀ ਵਾਰ ਹੈਗੀ ਆ, ਉਹਦੀ 12ਵੀਂ ਪੌੜੀ। ਉਸ ਤੋਂ ਪਹਿਲਾਂ ਸ਼ਲੋਕ ਤੀਸਰੀ ਪਾਤਸ਼ਾਹੀ ਦਾ। ਸ਼ਲੋਕ ਮਹਲਾ ਤੀਜਾ। ਨਾਨਕ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਖੱਖੇ ਦੀ ਸਿਆਰੀ ਹੈਗੀ। ਔਰ ਅੱਗੇ ਥੱਲੇ ਦੇਖੋ, ਮਨਮੁਖ ਘਰੇ ਹੋਂਦੀ ਵੱਥ ਨਾ ਜਾਣਨੀ, ਅੰਧੇ ਭੌਂਕ ਮੂਏ ਬਿੱਲ ਆਏ। ਹੁਣ ਇੱਥੇ ਮਨਮੁਖ ਜਿਹੜਾ ਹੈ, ਉੱਪਰ ਗੁਰਮੁਖ ਖੱਖੇ ਨੂੰ ਸਿਆਰੀ ਹੈਗੀ, ਥੱਲੇ ਮਨਮੁਖ ਜਿਹੜਾ ਹੈਗਾ ਉਹਨੂੰ ਨਾ ਸਿਆਰੀ ਨਾ ਔਂਕੜ, ਕੁਛ ਵੀ ਨਹੀਂ ਹੈਗਾ। ਇਹ ਬਾਣੀ ਦੀ ਜਿਹੜੀ ਹੈਗੀ ਆ ਡਿਕਸ਼ਨਰੀ ਆਪਣੀ ਹੈਗੀ। ਮਨਮੁਖ ਖੱਖੇ ਨੂੰ ਔਂਕੜ ਲੱਗੀ ਹੋਏਗੀ ਤੇ ਇੱਕ ਮਨਮੁਖ ਦੀ ਗੱਲ ਹੋ ਰਹੀ ਹੈ। ਜੇ ਮਨਮੁਖ ਖੱਖੇ ਨੂੰ ਕੁਛ ਨਹੀਂ ਲੱਗਿਆ ਹੋਏਗਾ ਤੇ ਬਹੁਤ ਸਾਰੇ ਮਨਮੁਖਾਂ ਦੀ ਗੱਲ ਹੋ ਰਹੀ ਹੈ। ਜੇ ਸਿਆਰੀ ਲੱਗੀ ਹੋਏਗੀ ਤੇ ਮਨ ਦੇ ਪਿੱਛੇ ਚੱਲਣ ਵਾਲੇ ਉਹ, ਤੇ ਜਿਹੜੇ ਜੇ ਗੁਰਮੁਖ ਖੱਖੇ ਨੂੰ ਸਿਆਰੀ ਆ ਤੇ ਗੁਰੂ ਦੇ ਪਿੱਛੇ ਚੱਲਣ ਵਾਲੇ ਭਾਈ। ਨਾਨਕ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਕਹਿੰਦੇ ਗੁਰੂ ਦੀ ਗੱਲ ਮੰਨਾਂਗੇ, ਗੁਰੂ ਦੇ ਪਿੱਛੇ ਚੱਲਾਂਗੇ, ਜੋ ਗੁਰੂ ਕਹਿ ਰਹੇ, ਬ੍ਰਹਮ ਗਿਆਨੀ ਕਹਿ ਰਹੇ ਆ, ਤੇ ਤਾਂ ਜਿਹੜਾ ਹੈਗਾ ਇਹ ਪਾ ਸਕਦੇ ਆ। ਕੀ ਪਾ ਸਕਦੇ ਆ? ਨਾਨਕ ਨਾਮ ਨਿਧਾਨ ਹੈ। ਨਾਮ ਜਿਹੜਾ ਹੈਗਾ ਖਜ਼ਾਨਿਆਂ ਦਾ ਖਜ਼ਾਨਾ ਹੈਗਾ। ਸਭ ਤੋਂ ਕੀਮਤੀ ਚੀਜ਼ ਦੁਨੀਆ ਦੇ ਵਿੱਚ ਇੱਕ ਪਰਮੇਸ਼ਰ ਹੈਗਾ ਔਰ ਇੱਕ ਉਹਦਾ ਨਾਮ ਹੈਗਾ। ਇਹ ਨਾਮ ਜਿਹੜਾ ਹੈਗਾ ਇਹ ਤ੍ਰਿਗੁਣੀ ਮਾਇਆ ਤੋਂ ਉੱਪਰ ਹੈਗਾ। ਔਰ ਨਾਮ ਜਿਹੜਾ ਹੈਗਾ ਇਹ ਜਿਹਨੂੰ ਵੀ ਇੱਕ ਵੀ ਬੂੰਦ ਮਿਲ ਜਾਏ ਨਾਮ ਦੀ, ਇਹ ਜਿਹੜੀ ਹੈਗੀ ਆ ਉਹ ਇਸ ਖੇਡ ਚੋਂ ਬਾਹਰ ਹੋ ਜਾਂਦਾ ਹੈ, ਉਹ ਅਮਰ ਹੋ ਜਾਂਦਾ ਹੈ। ਉਹ ਜਿਹੜਾ ਹੈਗਾ ਗੇਮ ਨੂੰ ਜਿੱਤ ਲੈਂਦਾ ਹੈ। ਉਹ ਮਾਇਆ ਪ੍ਰਕਿਰਤੀ ਦੀ ਕੈਦ ਚੋਂ ਨਿਕਲ ਜਾਂਦਾ ਹੈ। ਔਰ ਇਹ ਨਾਮ ਜਿਹੜਾ ਹੈਗਾ, ਕਹਿੰਦੇ ਜੀ ਨਾਮ ਅੰਮ੍ਰਿਤ ਹੈਗਾ ਔਰ ਰਸ ਹੈਗਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਹੁਣ ਇਹ ਅੰਮ੍ਰਿਤ ਜਿਹੜਾ ਹੈਗਾ, ਕਹਿੰਦੇ ਜੀ ਇਹ ਫਿਰ ਕਿਸ ਤਰੀਕੇ ਦੇ ਨਾਲ, ਕਿੱਥੇ ਮੂੰਹ ਦੇ ਵਿੱਚ ਆਉਂਦਾ ਹੈ, ਗਲੇ ਦੇ ਵਿੱਚ ਆਉਂਦਾ ਹੈ, ਕਿੱਥੇ ਆਉਂਦਾ ਹੈ? ਉਹ ਭਾਈ ਦੁਨੀਆ ਦੇ ਸਵਾਦ ਆਪਾਂ ਭੋਗਦੇ ਹਾਂ, ਉਹ ਕੌਣ ਭੋਗਦਾ ਹੈ? ਸਰੀਰ ਭੋਗਦਾ ਹੈ। ਸਰੀਰ ਤਾਂ ਭੋਗਦਾ ਹੀ ਨਹੀਂ ਹੈ। ਜੀਭ ਜਿਹੜੀ ਹੈਗੀ, ਜੀਭ ਦੇ ਪਿੱਛੇ ਜਿਹੜੀ ਹੈਗੀ ਉਹ ਗ੍ਰੰਥੀ ਹੈਗੀ ਜਿਹੜੀ ਕਿ ਮਨ ਨੂੰ ਮਨ ਤੱਕ ਪਹੁੰਚਾਉਂਦੀ ਆ। ਸਵਾਦ ਸਾਰੇ ਮਨ ਜਿਹੜਾ ਹੈਗਾ ਉਹ ਲੈਂਦਾ ਹੈ। ਮਨ ਜਿਹੜਾ ਹੈਗਾ ਜੀਓ ਹੈਗਾ, ਆਤਮਾ ਹੈਗੀ। ਇਹਦੇ ਵਿੱਚ ਜਿਹੜੀ ਹੈਗੀ ਆ ਉਹ ਉਸ ਅੰਮ੍ਰਿਤ ਦਾ ਸਵਾਦ ਵੀ ਉਸੇ ਨੇ ਲੈਣਾ ਆ। ਔਰ ਜਦ ਉਹਨੇ ਅੰਮ੍ਰਿਤ ਦਾ ਸਵਾਦ ਲੈ ਲਿਆ ਤੇ ਬਾਕੀ ਮਾਇਆ ਦੇ ਸਵਾਦ ਸਾਰੇ ਦੇ ਸਾਰੇ ਖਤਮ, ਫਿੱਕੇ ਹੋ ਜਾਣੇ। ਔਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਮਾਇਆ ਦੇ ਵਿੱਚ ਜਿਹੜੇ ਆਪਾਂ ਸਵਾਦਾਂ ਦੇ ਵਿੱਚ ਇਹਨਾਂ ਦੇ ਵਿੱਚ ਗਤੀ ਕਰਦੇ ਹਾਂ, ਉਹ ਗਤੀ ਆਪਣੀ ਖਤਮ ਹੋ ਜਾਣੀ। ਆਪਾਂ ਆਤਮ ਤਲ ਤੇ ਜੀਣਾ ਸ਼ੁਰੂ ਕਰ ਦੇਣਾ, ਕਿਉਂਕਿ ਮਨ ਨਾਮ ਦੀ ਚੀਜ਼ ਰਹਿਣੀ ਨਹੀਂ ਹੈ ਜਿਹੜੀ ਕਿ ਪਦਾਰਥਾਂ ਨੂੰ, ਆਕਾਰ ਨੂੰ ਸਰੀਰ ਦੇ ਦੁਆਰਾ ਜਿਹੜੀ ਹੈਗੀ ਆ ਭੋਗਦੀ ਹੈ। ਉਹ ਜਿਹੜਾ ਹੈਗਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਜਿਹੜਾ ਬਲਬ ਹੈਗਾ, ਆਤਮਾ ਹੈਗੀ, ਉਹਦੇ ਉੱਪਰੋਂ ਜਿਹੜੀ ਹੈਗੀ ਉਹ ਪੇਂਟ ਕਾਲਾ ਜਿਹੜਾ ਹੈਗਾ, ਉਹ ਮੈਲ ਜਿਹੜੀ ਹੈਗੀ ਆ ਉਹ ਨਿਕਲ ਜਾਏਗੀ ਮਨ ਦੀ। ਨਾਨਕ ਨਾਮ ਨਿਧਾਨ ਹੈ, ਉਹ ਹੈਗਾ ਨਾਮ ਅੰਮ੍ਰਿਤ, ਨਾਮ ਨਿਧਾਨ। ਔਰ ਉਹ ਜਿਹੜਾ ਮਿਲੂਗਾ ਤਾਂ ਜਦ ਆਪਾਂ ਉਹਦੇ ਵਾਸਤੇ ਪੇਮੈਂਟ ਕਰਾਂਗੇ। ਉਹਦੀ ਪੇਮੈਂਟ ਜਿਹੜੀ ਹੈਗੀ ਆ ਉਹ ਕਿਹੜੀ ਕਰੰਸੀ ਚੱਲਦੀ ਆ? ਉੱਥੇ ਚੱਲਦੀ ਆ ਭਾਈ ਉਹ ਧਿਆਨ ਦੀ ਕਰੰਸੀ, ਸੁਣਨ ਦੀ ਕਰੰਸੀ। ਜਦ ਆਪਾਂ ਵਿਚਾਰ ਸ਼ੂन्य ਹੁੰਦੇ ਆ ਤੇ ਉਦੋਂ ਉਹ ਧਨ ਬਣਦਾ ਹੈ, ਉਹ ਨਾਮ ਧਨ।
ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਮਨ ਰੁਕ ਗਿਆ ਦੌੜਨੋਂ। ਮਨ ਜਿਹੜਾ ਹੈਗਾ ਕਾਲਕ ਲੈ ਗਈ ਉਹਦੀਆਂ ਇੱਛਾਵਾਂ ਖਤਮ ਹੋ ਗਈਆਂ ਮਨ ਦੀਆਂ। ਉਦੋਂ ਜਿਹੜਾ ਹੈਗਾ ਉਹ ਬਣਦਾ ਹੈਗਾ ਧਨ। ਜਦ ਆਪਾਂ ਧਿਆਨ ਸਿਮਰਨ ਕਰਦੇ, ਜਿੰਨੀ ਦੇਰ ਸੁਣਨ ਦੇ ਵਿੱਚ ਬੈਠਦੇ ਹਾਂ, ਉਹ ਧਨ ਇਕੱਠਾ ਹੋ ਜਾਂਦਾ। ਇਸ ਤਰ੍ਹਾਂ ਧਨ ਕਰਦੇ ਕਰਦੇ ਆਟੋਮੈਟਿਕਲੀ ਜਦ ਜਿੰਨਾ ਧਨ ਦੀ ਰਿਕੁਆਇਰਮੈਂਟ ਹੈਗੀ ਆ ਉਹ ਪੂਰੀ ਹੋ ਜਾਂਦੀ ਹੈ, ਅਤੇ ਆਪਣੇ ਅੰਦਰ ਜਿਹੜਾ ਹੈਗਾ ਉਹ ਅੰਮ੍ਰਿਤ ਆ ਜਾਂਦਾ ਹੈ। ਆਹ ਯਾਤਰਾ ਹੈਗੀ ਭਾਈ। ਔਰ ਇਹ ਜਿਹੜਾ ਹੈਗਾ ਜਿਵੇਂ ਬ੍ਰਹਮ ਗਿਆਨੀ ਕਹਿ ਰਹੇ, ਜਿਵੇਂ ਗੁਰੂ ਕਹਿ ਰਹੇ ਆ, ਉਸ ਤਰੀਕੇ ਦੇ ਨਾਲ ਹੀ ਪਾਇਆ ਜਾ ਸਕਦਾ ਹੈ। ਮਨਮੁਖ ਘਰੇ ਹੋਣ ਦੀ ਵੱਥ ਨਾ ਜਾਣਨੀ। ਮਨਮੁਖ ਬਹੁਤ ਸਾਰੇ ਹੈਗੇ, ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਜਿਹੜੇ ਹੈਗੇ, ਮਨ ਕਹਿੰਦਾ ਮੈਨੂੰ ਪਦਾਰਥ ਚਾਹੀਦੇ ਆ, ਦੁਨੀਆ ਦੇ ਸਵਾਦ ਚਾਹੀਦੇ ਆ, ਇਹ ਨਾਮ ਤਾਂ ਪਤਾ ਨਹੀਂ ਕਦੋਂ ਮਿਲਣਾ, ਕਿਹਨੂੰ ਮਿਲਣਾ, ਕਿਹਨੇ ਦੇਖਿਆ। ਉਹ ਜਿਹੜਾ ਹੈਗਾ ਘਰ ਦੇ ਵਿੱਚ ਹੀ, ਉਹਦੇ ਅੰਦਰ ਹੀ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਘਰ ਦੇ ਵਿੱਚ ਹੀ ਹੈਗਾ, ਵਸਤੂ ਹੈਗੀ ਆ, ਵੱਥ ਲਿਖਿਆ ਹੋਇਆ ਦੇਖੋ, ਕਹਿੰਦੇ ਵੱਥ ਦੇ ਔਂਕੜ ਲੱਗੀ ਹੈ, ਸਪੈਸ਼ਲ ਚੀਜ਼ ਹੈਗੀ ਹੈ, ਇਹ ਖਾਸ ਹਾਈਲਾਈਟ ਕੀਤੀ ਹੈ ਵੀ ਵੱਥ ਕਿਹੜੀ ਵੱਥ ਹੈ, ਕਿਹਨੂੰ ਕਹਿ ਰਿਹਾ ਮੈਂ ਵੱਥ। ਉੱਪਰ ਨਾਮ ਨੂੰ ਔਂਕੜ ਲਗਾਈ ਹੈ, ਕਿਸੇ ਦਾ ਨਾਮ ਨਹੀਂ ਹੈ, ਅੱਖਰ ਨਹੀਂ ਹੈਗੇ। ਇਹ ਨਾਮ ਜਿਹੜਾ ਹੈਗਾ ਇਹ ਅੰਮ੍ਰਿਤ ਹੈਗਾ। ਮਨਮੁਖ ਘਰ ਹੋਣ ਦੀ ਵੱਥ ਨਾ ਜਾਣਨੀ, ਅੰਧੇ ਭੌਂਕ ਮੂਏ ਬਿਲਾਏ। ਕਹਿੰਦੇ ਬਸ ਮਨੁੱਖੀ ਜੂਨ ਮਿਲੀ ਆ, ਮਾਇਆ ਦੇ ਵਿੱਚ ਜਿਹੜੇ ਹੈਗੇ ਭੌਂਕੀ ਜਾ ਰਹੇ, ਬਿੱਲ ਲਾਈ ਜਾ ਰਹੇ ਆ ਬਸ, ਔਰ ਜਨਮ ਆਪਣਾ ਗਵਾ ਦਿੰਦੇ, ਖਤਮ ਹੋ ਜਾਂਦਾ ਜਨਮ, ਚਾਂਸ ਚਲੇ ਜਾਂਦਾ। ਹਾਂਜੀ ਗੋਲਕੀ ਸਾਹਿਬ। ਹਾਂਜੀ ਸਾਧ ਸੰਗਤ ਜੀ, ਦੇਖੋ ਕੱਲ ਜੋ ਬਾਣੀ 'ਚ ਆਪਾਂ ਵਿਚਾਰ ਕੀਤੀ ਸੀ, ਕਈ ਚੀਜ਼ਾਂ ਦਾ ਪਤਾ ਲੱਗਾ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਤੇ ਨਹੀਂ ਹੈ, ਪਰ ਉਹ ਸਿੱਖ ਧਰਮ ਦੇ ਨਾਲ ਆ ਜੁੜ ਗਈਆਂ ਨੇ, ਇੰਨੇ ਗਹਿਰੇ ਲੈਵਲ ਤੇ ਜੁੜ ਗਈਆਂ, ਹੁਣ ਉਹ ਲੋਕਾਂ ਦਾ ਜੀਵਨ ਦਾ ਹਿੱਸਾ ਬਣ ਗਈਆਂ। ਹੁਣ ਜੇ ਉਹਨੂੰ ਕੋਈ ਤੋੜਨ ਦੀ ਕੋਸ਼ਿਸ਼ ਵੀ ਕਰੇ ਤਾਂ ਬਹੁਤ ਸਾਰੇ ਲੋਕ ਵਿਰੋਧ ਕਰਨਗੇ। ਉਹਦਾ ਇੱਕ ਕਾਰਨ ਹੈ, ਉਹਦੇ ਬਾਰੇ ਪਹਿਲਾਂ ਵਿਚਾਰ ਕਰਾਂਗੇ 2 ਮਿੰਟ, ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ। ਇਹ ਸਾਰੀ ਕਥਾ ਜਿਹੜੀ ਹੈ ਇਹ ਅਪਾਰਾ ਵਿਦਿਆ ਹੈ ਤੇ ਇਹ ਤੁਹਾਡੇ ਜੀਵਨ ਦੇ ਵਿੱਚ ਉਚਾਈ ਲਿਆਉਣ ਵਾਸਤੇ ਕਥਾ ਹੈ। ਕਥਾ ਦਾ ਮਤਲਬ ਜਿਹੜੀ ਚੀਜ਼ ਸੱਚ ਹੈ ਉਹ ਸੱਚ ਦੇ ਰੂਪ 'ਚ ਦੇਖੀ ਜਾਵੇ, ਜਿਹੜੀ ਚੀਜ਼ ਝੂਠ ਹੈ ਉਸਨੂੰ ਝੂਠ ਦੇ ਰੂਪ 'ਚ ਦੇਖਿਆ ਜਾਵੇ। ਸੱਚ ਤੇ ਝੂਠ ਜਿਹੜਾ ਹੁੰਦਾ ਜੁੜਿਆ ਹੁੰਦਾ, ਉਹ ਜਦੋਂ ਜੁੜ ਜਾਂਦਾ ਹੈ ਤੇ ਉਹਦੇ ਵਿੱਚ ਫਿਰ ਜਿੱਦਾਂ ਮਨਮੁਖ ਦੀ ਗੱਲ ਕਰਦੇ ਆ ਕਿ ਉਹਦੇ ਘਰੇ ਵੀ ਆ ਸਭ ਕੁਝ ਭਾਵੇਂ, ਪਰ ਉਹਨੂੰ ਚੀਜ਼ ਲੱਭਦੀ ਨਹੀਂ। ਕਿਉਂ ਨਹੀਂ ਲੱਭਦੀ? ਕਿਉਂਕਿ ਉਹਦਾ ਬ੍ਰੇਨ ਵਾਸ਼ ਕਰ ਦਿੰਦੇ ਨੇ ਲੋਕ। ਜਿਹੜਾ ਆਲਾ ਦੁਆਲਾ ਹੈ ਨਾ ਉਹ ਬਹੁਤ ਪ੍ਰਭਾਵ ਪਾਉਂਦਾ। ਤੇ ਦੇਖੋ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਆਵਾਜ਼ ਦਿੱਤੀ, ਜਨੇਊ ਤੇ ਕੰਮ ਸ਼ੁਰੂ ਹੋਇਆ, ਉਹ ਕਹਿ ਰਹੇ ਨੇ ਇਹ ਜਿਹੜੀ ਰੀਤ ਹੈ ਇਹਨੂੰ ਤੋੜੋ, ਕਿਉਂਕਿ ਬਹੁ ਮਤ 'ਚ ਲੋਕ ਉਸ ਚੀਜ਼ ਨੂੰ ਮੰਨ ਰਹੇ ਨੇ ਔਰ ਬਹੁਤ ਈਜ਼ੀ ਹੈ। ਜਨੇਊ ਲਿਆਓ, ਤੁਸੀਂ ਧਾਰਮਿਕ ਹੋ ਗਏ। ਪੰਡਿਤ ਆਪਣੀ ਜਗ੍ਹਾ ਖੁਸ਼ ਹੈ ਕਿਉਂਕਿ ਪੰਡਿਤ ਨੂੰ ਬੜੀ ਬਹੁਤੀ ਉਹਦੀ ਪੂਜਾ ਮਿਲ ਗਈ ਹੈ। ਭੈਣ ਭਰਾ ਇਸ ਲਈ ਖੁਸ਼ ਨੇ, ਚਲੋ ਅੱਜ ਇੱਕ ਫੰਕਸ਼ਨ ਸੀ ਅਟੈਂਡ ਕੀਤਾ। ਮਾਂ ਬਾਪ ਇਸ ਲਈ ਖੁਸ਼ ਨੇ ਕਿ ਮੇਰਾ ਪੁੱਤਰ ਜਿਹੜਾ ਉਹ ਧਾਰਮਿਕ ਹੋ ਗਿਆ। ਪਰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਸ ਫੋਕਟ ਕਰਮ ਰੀਤ ਦਾ ਵਿਰੋਧ ਕੀਤਾ, ਫਿਰ ਕਈ ਲੋਕਾਂ ਦੀ ਫੀਲਿੰਗ ਨੂੰ ਬੜੀ ਸੱਟ ਵੱਜਦੀ ਹੈ। ਇਹ ਜਿਹੜੀ ਕਥਾ ਸਾਡੀ ਕੀ ਆ, ਇਹ ਵੀ ਸੱਟ ਮਾਰਨੀ ਹੀ ਮਾਰਨੀ ਇਹਨੇ, ਕਿਉਂਕਿ ਉਹ ਕਥਾ ਹੀ ਇੱਦਾਂ ਦੀ ਆ। ਉਹ ਜਦੋਂ ਕਿਸੇ ਦੀ ਕੋਈ ਸਰੀਰ ਦਾ ਅੰਗ ਖਰਾਬ ਹੋ ਜਾਏ, ਜਦੋਂ ਉਹ ਵੱਢਦਾ ਨਾ ਡਾਕਟਰ, ਤੇ ਮਰੀਜ਼ ਮਨਾ ਕਰਦਾ, ਕਹਿੰਦਾ ਨਾ ਵੱਢੋ। ਪਰ ਹੁਣ ਮਰੀਜ਼ ਨੂੰ ਪਤਾ ਵਾ ਕਿ ਇਹ ਜਿਹੜੀ ਚੀਜ਼ ਸੜ ਚੁੱਕੀ ਹੈ, ਲੱਤ ਜਾਂ ਬਾਂਹ ਮੇਰੀ ਖਰਾਬ ਹੋ ਚੁੱਕੀ ਹੈ, ਇਹਨੇ ਦੂਜਾ ਹਿੱਸਾ ਵੀ ਖਰਾਬ ਕਰ ਦੇਣਾ, ਪਰ ਇਹਦੇ ਬਾਵਜੂਦ ਵੀ ਉਹ ਮਨਾ ਕਰਦਾ, ਕਹਿੰਦਾ ਨਾ ਵੀ ਨਾ ਹੱਥ ਲਾਓ। ਫਿਰ ਉਹਦੀ ਕੋਈ ਸੁਣਦਾ ਨਹੀਂ ਹੈ, ਜ਼ਬਰਦਸਤੀ ਫਿਰ ਉਹਨੂੰ ਸਮਝਾ ਬੁਝਾ ਕੇ ਕਨਵਿੰਸ ਕਰਕੇ ਉਹਦੀ ਲੱਤ ਜਿਹੜੀ ਖਰਾਬ ਹੋ ਗਈ ਆ, ਇਹਨੂੰ ਗੈਂਗਰਿੰਗ ਹੋ ਗਈ ਆ, ਉਹਨੂੰ ਅਲੱਗ ਕਰ ਦਿੱਤਾ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਆਪਾਂ ਪਾਠ ਕਰਦੇ ਹਾਂ, ਇਹਨੂੰ ਸਮਝਦੇ ਹਾਂ, ਵਿਚਾਰ ਕਰਦੇ ਹਾਂ, ਗੁਰੂ ਜੀ ਕਰਦੇ ਕਿ ਸਾਡੇ ਸਰੀਰ ਦੇ ਵਿੱਚ ਜੋ
ਜੋ ਫਾਲਤੂ ਦੇ ਅੰਗ ਜਿਹੜੇ ਸੜ ਚੁੱਕੇ ਨੇ, ਫਿਰ ਉਹਨਾਂ ਦਾ ਆਪਰੇਸ਼ਨ ਕਰਦੇ ਹੋ। ਔਰ ਜਦੋਂ ਆਪਰੇਸ਼ਨ ਕਰੀਦਾ ਤਾਂ ਫਿਰ ਕਈ ਬੰਦੇ ਕੀ ਕਰਦੇ ਆ, ਗਰੁੱਪ ਛੱਡ ਕੇ ਭੱਜ ਜਾਂਦੇ। ਕਿਉਂ ਭੱਜ ਜਾਂਦੇ ਆ? ਉਹ ਕਹਿੰਦੇ ਵੀ ਅਸੀਂ ਨਹੀਂ ਆਪਰੇਸ਼ਨ ਕਰਾਉਣਾ। ਪਰ ਗੁਰੂ ਜੀ ਕਹਿੰਦੇ ਕਿ ਜਦ ਤੱਕ ਇਹਨੂੰ ਤੂੰ ਪ੍ਰੋਪਰਲੀ ਸਾਡੇ ਕੋਲ ਇਲਾਜ ਨਹੀਂ ਕਰਾਏਗਾ, ਉਹਨਾਂ ਚਿਰ ਤੱਕ ਤੇਰਾ ਮਨ ਹੈ ਜਿਹੜਾ ਬਿਮਾਰ ਹੈ ਉਹਨੇ ਠੀਕ ਨਹੀਂ ਹੋਣਾ। ਕਿ ਜ਼ਿਆਦਾਤਰ ਲੋਕ ਕਹਿੰਦੇ ਨਹੀਂ ਜੀ ਬਥੇਰੀ ਦੁਨੀਆ ਤੁਰੀ ਫਿਰਦੀ ਹੈ, ਔਰ ਉਹ ਲੋਕ ਵੀ ਬਹੁਤ ਸਾਰੇ ਨੇ, ਕਰੋੜਾਂ ਲੋਕ ਨੇ, ਔਰ ਉਹ ਤੇ ਏਦਾਂ ਹੀ ਤੁਰ ਰਹੇ ਨੇ ਤੇ ਅਸੀਂ ਵੀ ਉਹਨਾਂ ਦੇ ਨਾਲ ਹੀ ਹਾਂ। ਭੀੜ ਦਾ ਹਿੱਸਾ ਬਣ ਕੇ ਬੰਦਾ ਫਿਰ ਕੀ ਆਪਣੇ ਆਪ ਨੂੰ ਮਹਿਫੂਜ਼ ਸਮਝਦਾ ਹੈ, ਕਿਉਂਕਿ ਜਿਹੜੇ ਗੁਰਮੁਖ ਹੁੰਦੇ ਨੇ ਉਹ ਬੜੀ ਪਾਵਰਫੁਲ ਇੱਕ ਸੰਗਤ ਹੁੰਦੀ ਹੈ। ਉਹ ਇੱਕ ਸ਼ੀਸ਼ਾ ਹੁੰਦਾ, ਉਹ ਸ਼ੀਸ਼ੇ ਦੇ ਰੂਪ ਚ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ ਤੇ ਤੁਹਾਡੇ ਜੋ ਅੰਦਰ ਗੁਣ ਨੇ, ਔਗਣ ਨੇ, ਉਹਨਾਂ ਨੂੰ ਇੱਕਦਮ ਸ਼ੀਸ਼ੇ ਦੇ ਸਾਹਮਣੇ ਜਦੋਂ ਆਪਾਂ ਜਾਂਦੇ ਹਾਂ ਨਾ, ਤੇ ਉਹ ਕੀ ਕਰਦੇ ਕਿ ਸ਼ੀਸ਼ੇ ਦੇ ਵਿੱਚ ਸਾਨੂੰ ਉਹ ਚੀਜ਼ਾਂ ਦਿਖਾਈ ਦਿੰਦੀਆਂ। ਹੁਣ ਕਿਸੇ ਬੰਦੇ ਨੇ ਪੱਗ ਬੱਧੀ ਹੈ, ਜਾਂ ਉਹਦੀ ਦਾੜੀ ਟੇਢੀ ਮੇਢੀ ਹੈ, ਜਾਂ ਉਹਦੀ ਕਾਲਰ ਸਹੀ ਨਹੀਂ ਹੈ, ਜਦੋਂ ਸ਼ੀਸ਼ੇ ਦੇ ਸਾਹਮਣੇ ਜਾਂਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਇਹ ਚੀਜ਼ ਠੀਕ ਨਹੀਂ ਹੈ, ਉਹਨੂੰ ਸਹੀ ਕਰਦਾ, ਉਹਨੂੰ ਸਵਾਰ ਲੈਂਦਾ। ਇਸੇ ਤਰ੍ਹਾਂ ਗੁਰਮੁਖ ਇਹੋ ਕੰਮ ਕਰਦੇ ਨੇ, ਉਹ ਸਾਡੇ ਸਾਹਮਣੇ ਆਉਂਦੇ ਨੇ, ਉਹ ਸਾਡੇ ਅੰਦਰ ਜਿਹੜਾ ਸ਼ੀਸ਼ੇ ਦੇ ਰੂਪ 'ਚ ਜੋ ਮਲੀਨਤਾ ਜੰਮ ਗਈ ਹੈ ਉੱਪਰ ਉਹਨੂੰ ਅਲੱਗ ਕਰਦੇ ਨੇ। ਉਹ ਕਹਿੰਦੇ ਨੇ ਕਿ ਤੂੰ ਕਮ ਸੇ ਕਮ ਜੋ ਚੀਜ਼ ਹੈਗੀ ਹੈ ਉਸ ਨੂੰ ਉਹਦੇ ਅਸਲੀ ਰੂਪ 'ਚ ਦੇਖ ਲੈ। ਹੁਣ ਜਦੋਂ ਕੋਈ ਸਾਡੇ ਅੰਦਰ ਸਫਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਮੋਸਟਲੀ ਆਪਾਂ ਕੀ ਕਰਦੇ ਹਾਂ, ਉਸ ਸੰਗਤ ਤੋਂ ਹੀ ਨਿੱਜਾ ਸਾਹਿਬ ਆਪਾਂ ਭੱਜ ਜਾਂਦੇ ਹਾਂ। ਬਿਲਕੁਲ। ਆਪਾਂ ਫਿਰ ਕੀ ਕਰਦੇ ਹਾਂ, ਆਪਾਂ ਮਨਮੁਖ ਬਣ ਜਾਂਦੇ ਹਾਂ, ਆਪਾਂ ਗੁਰਮੁਖ ਨਹੀਂ ਬਣਦੇ, ਕਿਉਂਕਿ ਜੋ ਬਾਣੀ ਕਹਿੰਦੀ ਆ ਆਪਾਂ ਮੰਨਦੇ ਨਹੀਂ ਆ। ਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਹੈ, ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਕਹੇ ਤੇ ਸੇਵਕ ਜਨ ਮਾਨੇ ਤੇ ਪ੍ਰਤੱਖ ਗੁਰ ਨਸਤਾਰੇ। ਗੁਰ ਜਦੋਂ ਕਿਤੇ ਨਾ ਗੁਰ ਬਾਣੀ ਕਹੇ, ਗੁਰ ਅਲੱਗ ਹੈ, ਰਾਰੇ ਨੂੰ ਔਂਕੜ ਹੈਗੀ ਤੇ ਬਾਣੀ ਅਲੱਗ ਹੈ। ਗੁਰੂ ਜਿਹੜੀ ਬਾਣੀ ਕਹਿੰਦਾ ਹੈ, ਜੇ ਉਹਨੂੰ ਸੇਵਕ ਜਨ ਮੰਨੂਗਾ ਤੇ ਪ੍ਰਤੱਖ ਨਿਸਤਾਰਾ ਕਰ ਦੂਗੀ। ਹਾਂਜੀ ਬਿਲਕੁਲ। ਹਾਂ, ਉਹ ਤੁਹਾਡੇ ਜੀਵਨ ਚ ਜਿਹੜਾ ਜਥਾਰਕ ਸੱਚ ਹੈ ਨਾ, ਜਿਹੜਾ ਸਾਨੂੰ ਲੱਭਦਾ ਨਹੀਂ ਹੈ, ਗੱਲਾਂ ਸੁਣੀਆਂ ਨੇ, ਰੱਬ ਆ ਪਤਾ ਨਹੀਂ ਕਿੱਥੇ ਹੈਗਾ, ਸਭੇ ਸਮਾਨ ਚ ਰਹਿੰਦਾ ਹੈ। ਤੁਹਾਡੀ ਆਵਾਜ਼ ਬੰਦ ਹੋ ਗਈ ਗੁਰਕੀ ਸਾਹਿਬ। ਹਾਂਜੀ ਸੌਰੀ, ਵਿੱਚ ਫੋਨ ਆ ਗਿਆ। ਫਿਰ ਕੀ ਹੁੰਦਾ ਕਿ ਸਾਡੇ ਜਿਹੜੇ ਸੰਸ਼ੇ ਨੇ, ਜਿਹੜੇ ਸਾਡੇ ਡਾਊਟ ਨੇ, ਉਹ ਕਲੀਅਰ ਹੁੰਦੇ। ਜ਼ਿਆਦਾਤਰ ਲੋਕ ਭੀੜ 'ਚ ਇਸ ਕਰਕੇ ਜਾਣਾ ਚਾਹੁੰਦੇ ਆ, ਭੀੜ ਦੇ ਵਿੱਚ ਨਾ ਉਹ ਬੜਾ ਸਸਤਾ ਜਿਹਾ ਧਰਮ ਬਣਾਇਆ ਉਹਨਾਂ ਲੋਕਾਂ ਨੇ, ਕਿਉਂਕਿ ਉਹ ਲੋਕ ਹੁਣ ਤੁਹਾਡੇ ਨਾਲ ਠੱਗੀ ਮਾਰਨੀ ਆ, ਕਿੱਦਾਂ ਮਾਰੂੰਗਾ ਦੱਸੋ। ਮੈਂ ਸਭ ਤੋਂ ਪਹਿਲਾਂ ਗੱਲ ਆ, ਕਿਉਂਕਿ ਮੈਂ ਜੇ ਤੇ ਮੈਨੂੰ ਕੋਈ ਇੰਟਰਸਟ ਹੋਵੇ, ਤੁਹਾਡੇ ਤੋਂ ਕੋਈ ਪੈਸਾ ਚਾਹੀਦਾ ਹੋਵੇ ਤੇ ਨਿੱਜਰ ਸਾਹਿਬ ਫਿਰ ਮੈਂ ਤੁਹਾਡੀ ਹਾਂ ਦੇ ਵਿੱਚ ਹਾਂ ਮਿਲਾਵਾਂ, ਕਿਉਂਕਿ ਤੁਸੀਂ ਮੇਰੇ ਸਾਰੇ ਮੇਰੇ ਬਿਜ਼ਨਸ ਨੂੰ ਸਪੋਰਟ ਕਰ ਰਹੇ, ਮੈਂ ਤੁਹਾਡੇ ਤੋਂ ਕੋਈ ਨਾ ਕੋਈ ਚੜਾਵਾ ਚਾਹੁੰਦਾ। ਤੇ ਮੋਸਟਲੀ ਮੈਂ ਕੀ ਕਰਨਾ ਕਿ ਮੈਂ ਆਪਣੇ ਆਪ ਨੂੰ ਅਪਗ੍ਰੇਡ ਕਰ ਲੈਣਾ। ਅਪਗ੍ਰੇਡ ਨਹੀਂ ਕਹਿ ਸਕਦਾ, ਡਾਊਨਗ੍ਰੇਡ ਕਰ ਲੈਣਾ। ਮੋਸਟਲੀ ਏਦਾਂ ਦੇ ਤੁਹਾਨੂੰ ਧਾਰਮਿਕ ਰੀਤੀਆਂ ਦੇ ਦੇਣੀਆਂ ਜਿਹੜੀਆਂ ਬਹੁਤ ਈਜ਼ੀ ਨੇ, ਹਾਂ, ਜਿਹਨਾਂ ਨੂੰ ਫੋਲੋ ਕਰਨਾ ਬਹੁਤ ਆਸਾਨ ਹੈ। ਹਨਾ ਜੀ ਸਾਹਿਬ, ਜਿਨ੍ਹਾਂ ਦੇ ਵਿੱਚ ਨਾ ਸਵਾਦ ਨਹੀਂ ਛੱਡਣੇ ਪੈਂਦੇ, ਦੁਨੀਆ ਦੀ ਬੁਰਾਈਆਂ ਛੱਡਣੀਆਂ ਨਹੀਂ ਪੈਂਦੀਆਂ। ਇਹ 'ਚ ਕੁਛ ਵੀ ਨਹੀਂ ਹੋਣਾ। ਉਹ 'ਚ ਦੋ ਚਾਰ ਮੈਂ ਤੁਕਾਂ ਸੁਣਾਉਣੀਆਂ, ਤੁਸੀਂ ਵੀ ਖੁਸ਼ ਕਿ ਅਸੀਂ ਧਾਰਮਿਕ ਆ। ਮੈਨੂੰ ਪਤਾ ਕਿ ਮੈਨੂੰ ਬਿਜਨਸ ਚਾਹੀਦਾ, ਹੁਣ ਮੱਖੀਆਂ ਦਾ ਸ਼ਹਿਦ ਚਾਹੀਦਾ ਮੈਨੂੰ, ਤੇ ਮੈਂ ਮੱਖੀਆਂ ਨੂੰ ਕਿਉਂ ਮਾਰਾਂ। ਮੈਂ ਕਵਾਂ ਮੱਖੀ ਨੂੰ ਕਿ ਮੱਖੀ ਇਹ ਜਿਹੜਾ ਖੇਤ ਹੈ ਜਿੱਥੋਂ ਤੂੰ ਸ਼ਹਿਦ ਲਿਆ ਰਹੀ ਹੈ, ਇੱਥੋਂ ਨਾ ਲਿਆਈ, ਇਹ ਤੇਰਾ ਨਹੀਂ ਹੈਗਾ, ਤੇਰਾ ਖੇਤ ਤੇ ਅੱਗੇ ਆ। ਤੇ ਤੁਸੀਂ ਕਹੋ ਕਿ ਬਾਬਾ ਜੀ ਜਾਓ ਆਪਣੇ ਘਰ, ਤੇ ਅਸੀਂ ਆਪਣੇ ਘਰ, ਕਿਉਂਕਿ ਅਗਲਾ ਖੇਤ ਬਹੁਤ ਦੂਰ ਹੈ, ਉੱਥੇ ਟਰੈਵਲ ਕਰਾਂ, ਮੈਂ ਕੰਮ ਕਰਾਂ। ਇਹ ਲਾਗੇ ਵਾਲਾ ਮੈਨੂੰ ਜੋ ਬਾਬਾ ਕਹਿ ਦਿੰਦਾ ਕਿ ਬਈ ਚੋਰੀ ਠੱਗੀ ਜੋ ਮਰਜ਼ੀ ਹੈਗਾ ਤੂੰ ਚੜਾਵਾ ਚੜਾ ਦੇ। ਇਹ ਤੁਸੀਂ ਸੰਸਥਾ ਦੇ ਵਿੱਚ ਜਾ ਕੇ ਨੋਟਿਸ ਕੀਤਾ ਕਿ ਇਹਨਾਂ ਨੇ ਕਿਹਾ ਤੁਹਾਨੂੰ ਕਿ ਤੁਹਾਡੀ ਦਹਾਨਾਂ ਦੀ ਕਮਾਈ ਤੂੰ ਚੜਾਉਣੀ ਹੈ, ਇੱਥੇ ਦੂਜਾ ਸਵੀਕਾਰ ਨਹੀਂ ਹੈਗਾ। ਕਿਸੇ ਬਾਬੇ ਨੇ ਕਿਹਾ ਤੁਹਾਨੂੰ ਸੁਣਿਆ? ਬਾਣੀ ਕਹਿੰਦੀ ਹੈ ਦੂਜਾ ਤੇ ਸਵੀਕਾਰ ਹੀ ਨਹੀਂ ਹੋਣਾ। 1 ਰੁਪਇਆ ਵੀ ਚੜਾਏਗਾ, ਪਹਿਲੀ ਗੱਲ ਤੇ ਕਿਸੇ ਦੀ ਚੜਾਉਣਾ ਹੀ ਨਹੀਂ ਆ। ਬਾਣੀ ਤਾਂ ਚੜਾਉਣਾ ਵੀ ਆ। ਹਾਂ, ਬਾਣੀ ਤਾਂ ਕਹਿੰਦੀ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਘਾਲ ਕਰਕੇ ਖਾ, ਐਵੇਂ ਨਹੀਂ। ਹੁਣ ਪੰਡਤਾਂ ਨੂੰ ਵੀ ਗੁਰਬਾਣੀ ਚ ਸਮਝਾਇਆ ਕਿ ਤੂੰ ਬੜਾ ਪੰਡਤ ਬਣਦਾ ਹੈ ਤੇ ਜਿੰਨਾ ਕੋ ਤੂੰ ਪੈਸੇ ਮੰਗ ਕੇ ਲਿਆਉਂਦਾ, ਤੈਨੂੰ ਪਤਾ ਉਹਨਾਂ ਦਾ ਕੰਮ ਕੀ ਹੈ। ਉਹਨਾਂ ਦਾ ਕੰਮ ਹੀ ਉਲਟਾ ਪੁਲਟਾ ਹੈ। ਤੇ
ਆ ਜੇ ਸੁੱਚਾ ਬਾਹਮਣ ਆ ਤੇ ਫਿਰ ਉਹਨਾਂ ਦੇ ਘਰ ਕਿਉਂ ਮੰਗਣ ਜਾਂਦਾ? ਬਾਣੀ ਤਾਂ ਇਹ ਕਹਿੰਦੀ ਹੈ ਗੁਰਕੀ ਸਾਹਿਬ, ਬਈ ਤੂੰ ਦੱਸ ਦੇ ਬਈ ਜਿਹੜੀ ਜਜਮਾਨ ਦੀ ਕੁੜੀ ਦਾ ਵਿਆਹ ਕਰਾਉਣਾ ਹੈ ਤੇ ਉੱਥੇ ਡਾਲਰ ਉੱਥੇ ਪੈਸੇ ਮੰਗਦਾ ਹੈ ਤੂੰ, ਤੇ ਤੇਰੀ ਕੁੜੀ ਤੇ ਜਜਮਾਨ ਦੀ ਕੁੜੀ 'ਚ ਕੀ ਫਰਕ ਹੈ? ਹਾਂ ਬਿਲਕੁਲ ਸਹੀ। ਪਰ ਨਿੱਜਰ ਸਾਹਿਬ ਪ੍ਰੋਬਲਮ ਇਹ ਹੈ ਨਾ ਕਿ ਜਦੋਂ ਬੰਦਾ ਭੋਗ 'ਚ ਆ ਜਾਂਦਾ ਤੇ ਉਹਨੂੰ ਕਹਿੰਦੇ ਨੇ ਲੋਭ 'ਚ ਆ ਗਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੁਣ ਜਦੋਂ ਬੰਦਾ ਲੋਭ 'ਚ ਆ ਜਾਂਦਾ ਤੇ ਅੱਜ ਨਾ ਆਪਣੇ ਸਾਧਕ ਹੈਗੇ ਨੇ, ਉਹ ਆਪਣੀ ਫੈਮਿਲੀ ਨਾਲ ਆਪਣੇ ਘਰੇ ਆ। ਹਾਂਜੀ ਹਾਂਜੀ। ਤੇ ਉਹਨਾਂ ਨੇ ਆਪਣੀਆਂ ਗੱਲਾਂ ਦੱਸੀਆਂ, ਕੁਝ ਵਿਚਾਰ ਉਹਨਾਂ ਦੇ ਮੈਨੂੰ ਵਧੀਆ ਲੱਗੇ। ਉਹ ਕਹਿੰਦੇ ਅਸੀਂ ਵਕੀਲ ਹੁੰਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਜੱਜਾਂ ਨੇ ਕਿਹਾ ਹੈ ਕਿ ਜੱਜ ਕੋਈ ਥੋੜਾ ਜਿਹਾ ਅਧਿਆਤਮਿਕ ਹੋਣਾ ਹੈ। ਜਦੋਂ ਬੰਦਾ ਜੱਜ ਬਹੁਤ ਵੱਡੀ ਪੋਸਟ ਤੇ ਚੱਲ ਜਾਂਦਾ ਹੈ ਨਾ ਤੇ ਉਹ ਐਕਚੁਅਲੀ ਉਹ ਸੰਤੀ ਬਣ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹਨੂੰ ਪਤਾ ਹੈ ਵੀ ਜਿਹੜਾ ਮੈਂ ਨਿਆਂ ਕਰ ਰਿਹਾ ਤੇ ਗਾਹਾਂ ਮੇਰਾ ਵੀ ਨਿਆਂ ਕਿਸੇ ਨੇ ਕਰ ਦੇਣਾ। ਉਹਨੇ ਕਿਹਾ ਕਿ ਜਦੋਂ ਆਪਾਂ ਕੁਝ ਫ੍ਰੀ 'ਚ ਕੰਮ ਕਰਦੇ ਆ ਜਾਂ ਕੁਝ ਦੀ ਹੈਲਪ ਕਰਦੇ ਆ, ਉਹਦੇ ਨਾਲ ਕੀ ਹੁੰਦੀ ਕਿ ਜਿਹੜੀ ਤੁਹਾਡੇ ਮਗਰ ਜਿਹੜੀ ਊਰਜਾ ਹੈ ਨਾ ਉਹਦੇ 'ਚ ਬਲ ਵੱਧਦਾ ਹੈ। ਤੇ ਜਦੋਂ ਤੁਸੀਂ ਕੋਈ ਮਾੜਾ ਕੰਮ ਕਰਦੇ ਤੇ ਉਹਦਾ ਬਲ ਤੁਹਾਡੀ ਔਰਾ ਦਾ ਜਿਹੜਾ ਉਹ ਘਟ ਜਾਂਦਾ। ਤੇ ਇਹਨਾਂ ਨੇ ਕੁਝ ਉਦੋਂ ਸੇਵਾ ਸੂਵਾ ਕੀਤੀ, ਚਲੋ ਕੇਸ ਕੁਛ ਨਿਪਟਾਏ, ਕਈਆਂ ਕੋਲ ਪੈਸੇ ਨਹੀਂ ਸੀ ਤਾਂ ਫ੍ਰੀ ਕੇਸ 'ਚ ਲੜੇ। ਫਿਰ ਇਹ ਕਹਿੰਦੇ ਕਿ ਅਸੀਂ ਪਿੰਡ 'ਚ ਗਏ, ਪੈਲੀ ਵਾਹਵਾ ਸਾਲਾਂ ਦੀ ਪੈਲੀ ਸੀ ਤੇ ਕਿਸੇ ਬੰਦੇ ਨੇ 7-8 ਫੁੱਟ ਜਿਹੜੀ ਨਾ ਉਹ ਇੱਕ ਜੱਟਾਂ 'ਚ ਬੜੀ ਆਦਤ ਹੁੰਦੀ ਆ ਕਿ ਕਦੇ ਵੀ ਝੱਕਾ ਮਾਰਨ ਦੀ ਲੋੜ ਨਹੀਂ। ਇਹ ਹੁਣ ਆਪਣੀ ਕਥਾ ਦੇ ਵਿੱਚ ਕੋਈ ਜੱਟ ਹੈਗਾ ਤੇ ਉਹਨੂੰ ਇਸ ਗੱਲ ਤੇ ਬੜੀ ਧਿਆਨ ਨਾਲ ਵਿਚਾਰ ਕਰਨੀ ਚਾਹੀਦੀ ਆ। ਜੋ ਪੈੜੀ ਤੇਰੀ ਬਣਦੀ ਆ ਤੂੰ ਉੱਥੇ ਆਪਣਾ ਹੱਲ ਚਲਾ, ਠੀਕ ਹੈ। ਜੇ ਤੂੰ ਪ੍ਰਮਾਤਮਾ ਦੀ ਨਜ਼ਰ 'ਚ ਚੰਗਾ ਬਣਨਾ ਚਾਹੁੰਦਾ, ਇੱਕ ਕਿਸਾਨ ਬਣਨਾ ਚਾਹੁੰਦਾ, ਤੇ ਕਈ ਏਦਾਂ ਕਰਦੇ ਨੇ ਕਿ ਹੱਲਾਂ ਦਾ ਨਾ ਪਾਲਾ ਹੁੰਦਾ ਨੂੰ ਥੋੜਾ ਟੇਢਾ ਕਰ ਲੈਂਦੇ ਆ ਤੇ ਉਹ ਲੋਕਾਂ ਦੀਆਂ ਵੱਟਾਂ ਵੱਢਣੀਆਂ ਸ਼ੁਰੂ ਕਰਦੇ ਆ। ਉਹਨੂੰ ਕਹਿੰਦੇ ਨੇ ਕਿ ਕਿਸੇ ਦੀਆਂ ਪਤੀਲੇ ਦੀ ਘਰੋੜੀ ਲਾ ਕੇ ਖਾਣ ਵਾਲਾ ਹਿਸਾਬ। ਬਿਲਕੁਲ ਗੋਰਖੀ ਸਾਹਿਬ, ਉਹਨਾਂ ਨੇ ਵੱਟਾਂ ਐਸੀਆਂ ਕਰ ਦਿੰਦੀਆਂ ਉੱਥੇ ਤਾਂ ਤੁਰ ਵੀ ਨਹੀਂ ਸਕਦਾ ਬੰਦਾ। ਹਾਂ, ਤੇ ਉਹ ਨਿੱਜਰ ਸਾਹਿਬ ਕਹਿੰਦੇ ਕਿ 10-12 ਸਾਲ ਨਹੀਂ ਗਏ ਤੇ ਘੱਟੋ ਘੱਟ ਨੇ 7-8 ਫੁੱਟ ਉਹਨਾਂ ਦੀ ਜਿਹੜੀ ਵੱਟ ਸੀ ਨਾ ਉਹ ਸਾਡੇ ਅੰਦਰ ਆ ਗਈ। ਇੱਥੋਂ ਤੱਕ ਕਹਿੰਦਾ ਕਿ ਸੀਮੈਂਟ ਦੇ ਪੋਰੇ ਲੱਗੇ ਸੀ, ਉਹ ਤੋਂ ਵੀ ਅੱਗੇ ਵੱਟ ਆ ਗਈ ਨਾ। ਦੇਖੋ। ਤੇ ਫਿਰ ਉਹ ਮੈਂ ਕਹਿੰਦੇ ਕਿ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨਾਲ ਤੇ ਮੁੰਡਾ ਬੜਾ ਕਹਿੰਦੇ ਜਹੀਨ ਸੀ, ਬੜਾ ਸਮਝਦਾਰ ਸੀ। ਉਹ ਕਹਿੰਦਾ ਕਿ ਮੈਂ ਏਦਾਂ ਕਰਦਾ ਕਿ ਉਹਨਾਂ ਸੂਤਰ ਲਿਆਂਦਾ, ਕਹਿੰਦੇ ਜਿੱਥੇ ਤੁਹਾਡੀ ਵੱਟ ਬਣਦੀ ਉੱਥੇ ਪਾ ਲਓ। ਸਾਡੇ ਦੂਜਿਆਂ ਕੋਲ ਗਲਤੀ ਹੋ ਗਈ ਆ ਪਰ ਇਹ ਮੈਂ ਸਹੀ ਕਰ, ਬਹੁਤ ਵਧੀਆ, ਲੈ ਲਓ ਵਾਪਸ। ਮੈਂ ਇਹਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਚੰਗੇ ਕਰਮ ਕੀਤੇ ਤਾਂ ਤੁਹਾਡੀ ਉਹ ਲੜਾਈ ਹੋਣੀ ਸੀ ਉੱਥੇ ਪੈੜੀ ਬਦਲੇ ਤੇ ਕੁਦਰਤ ਨੇ ਉਸ ਚੀਜ਼ ਨੂੰ ਉਦਾਂ ਹੀ ਖਤਮ ਕਰ ਦਿੱਤਾ। ਬਿਲਕੁਲ, ਇਹ ਚੀਜ਼ ਨੂੰ ਪ੍ਰਮਾਤਮਾ ਦੀ ਰਹਿਮਤ ਸਮਝੀ ਦੀ ਹੈ, ਠੀਕ ਹੈ। ਉਹਨਾਂ ਨਾਲ ਵਿਚਾਰ ਹੋਏ। ਫਿਰ ਮੈਂ ਇਹ ਮਹਿਸੂਸ ਕੀਤਾ ਕਿ ਜਦੋਂ ਆਪਾਂ ਦੇਖੋ ਤੁਹਾਨੂੰ ਰੱਬ ਨੇ ਨਾ ਡਿਊਟੀਆਂ ਦਿੱਤੀਆਂ, ਜਿੱਥੇ ਜਿੱਥੇ ਡਿਊਟੀ ਦਿੱਤੀ ਹੈ, ਡਾਕਟਰ, ਇੰਜੀਨੀਅਰ, ਇੰਸਪੈਕਟਰ, ਵਾਚਮੈਨ, ਪੀਐਨ ਜਾਂ ਵਾਈਫ ਜਾਂ ਹਸਬੈਂਡ ਜਾਂ ਬੱਚਾ ਜਾਂ ਕੋਈ ਵੀ, ਤੁਸੀਂ ਕਿਸੇ ਰੂਪ ਦੇ ਵੇਖੋ ਤੁਹਾਡੇ ਬੜੇ ਪਲੇ ਹੈਗੇ ਨੇ, ਕਰੈਕਟਰ ਹੈਗੇ ਨੇ, ਤੁਸੀਂ ਪਲੇ ਕਰ ਰਹੇ ਹੋ। ਜੇਕਰ ਤੁਸੀਂ ਧਾਰਮਿਕ ਬਣਨਾ ਚਾਹੁੰਦੇ ਜੋ, ਉਸ ਕਰੈਕਟਰ ਨੂੰ ਬਰਾਬਰ ਪਲੇ ਕਰੋ। ਹੁਣ ਤੁਹਾਨੂੰ ਵੀ ਪਤਾ ਹੈ ਕਿ ਰੱਬ ਨੇ ਸਾਰਿਆਂ ਨੂੰ ਡਾਕਟਰ ਨਹੀਂ ਬਣਾਇਆ, ਸਾਰਿਆਂ ਨੂੰ ਇੰਜੀਨੀਅਰ ਨਹੀਂ ਬਣਾਇਆ, ਸਾਰਿਆਂ ਨੂੰ ਪਾਇਲਟ ਨਹੀਂ ਬਣਾਇਆ। ਹੁਣ ਜਦੋਂ ਤੁਸੀਂ ਉਸ ਕਰੈਕਟਰ ਨੂੰ ਸਹੀ ਤਰੀਕੇ ਨਾਲ ਪਲੇ ਕਰਦੇ ਜੋ ਤੇ ਕੁਦਰਤ ਕੀ ਕਹਿੰਦੀ ਹੈ ਕਿ ਮੈਂ ਤੈਨੂੰ ਧਰਤੀ ਤੇ ਇਮਤਿਹਾਨ ਲਈ ਭੇਜਿਆ ਸੀ, ਤੂੰ ਪਾਸ ਹੋ ਗਿਆ। ਤੇ ਜੇ ਤੁਸੀਂ ਉੱਥੇ ਬੇਈਮਾਨ ਹੋ ਗਏ, ਤੁਸੀਂ ਉੱਥੇ ਆਪਣੀ ਤਨਖਾਹ ਤੋਂ ਵੀ ਵੱਧ ਕਮਾਉਣ ਦੇ ਚੱਕਰਾਂ 'ਚ ਆਪਣੇ ਆਪ ਨੂੰ ਉਲਝਾ ਲਿਆ, ਤੇ ਫਿਰ ਕੁਦਰਤ ਕਹਿੰਦੀ ਹੈ ਕਿ ਤੂੰ ਬਈ ਬੇਈਮਾਨੀ ਕੀਤੀ ਹੈ। ਇਹ ਦੇਖ ਧਰਮਰਾਜ ਉੱਤੇ ਹੈਗਾ ਇੱਕ ਸੱਤਾ ਹੈਗੀ, ਉਹ ਤੈਨੂੰ ਉਹਦੇ ਅਧੀਨ ਕੰਮ ਕਰਨਾ ਪੈਣਾ, ਕਿਉਂਕਿ ਤੂੰ ਤਰਾਜੂ ਸੀ ਨਾ, ਤਰਾਜੂ ਦਾ ਬੈਲੈਂਸ ਖਰਾਬ ਕਰਤਾ ਹੈ। ਹੁਣ ਜਦੋਂ ਬੈਲੈਂਸ ਖਰਾਬ ਹੋ ਗਿਆ, ਜਦ ਤੱਕ ਦੋਨੋਂ ਦੇਖੋ, ਆਪ ਪਲੀਜ਼ ਅੰਡਰਸਟੈਂਡ ਕਰੋ। ਮੈਂ ਇੱਕ ਆਮ ਮਾਮੂਲੀ ਇਨਸਾਨ ਆ, ਤੁਸੀਂ ਬਾਜ਼ਾਰ 'ਚ ਸਬਜ਼ੀ ਲੈਣ ਗਏ, ਜਦੋਂ ਕਿਲੋ ਸਬਜ਼ੀ ਦੇ ਤੁਸੀਂ ਪੈਸੇ ਦਿੱਤੇ ਆ, ਨਿੱਜਰ ਸਾਹਿਬ ਤੁਸੀਂ ਅੱਧਾ ਕਿਲੋ ਸਬਜ਼ੀ ਲਓਗੇ? ਨਹੀਂ। ਕੌਣ ਲਊਗਾ ਦੱਸੋ ਮੈਨੂੰ? ਆਪਣੇ 'ਚ ਹੈ ਕੋਈ ਐਡਾ ਮਹਾਨ ਕਿ ਤੁਸੀਂ 10 ਕਿਲੋ ਦੇ ਪੈਸੇ ਦਿੱਤੇ ਹੁਣ ਤੇ ਅਗਲਾ ਕੋਲ ਲਓ ਜੀ 5 ਕਿਲੋ ਤੇ ਲੈ ਕੇ ਘਰ ਨੂੰ ਜਾਓ? ਜੇ ਆਪਾਂ ਨਹੀਂ ਲੈ ਸਕਦੇ ਤੇ ਧਰਮਰਾਜ ਨਿੱਜਰ ਸਾਹਿਬ ਲਊਗਾ ਨਾ? ਕਿੱਥੋਂ ਲੈ ਲੂਗਾ ਉਹ? ਇੱਥੇ ਤੇ ਪ੍ਰੋਬਲਮ ਹੋ ਗਈ। ਬਿਲਕੁਲ। ਹੁਣ ਇਹ ਚੀਜ਼ ਇਸੇ ਕਰਕੇ ਇਹਨਾਂ ਲੋਕਾਂ ਨੇ ਕੀਤਾ ਕਿ ਇਹਨਾਂ ਲੋਕਾਂ ਨੇ ਧਰਮ ਨੂੰ ਮੋਡੀਫਾਈ ਕਰ ਦਿੰਦੇ ਨੇ, ਕਿਉਂਕਿ ਦੇਖੋ ਧਰਮ ਨੂੰ ਜਦੋਂ ਮੋਡੀਫਾਈ ਕਰ ਦਈਏ ਨਾ
ਫਿਰ ਕੀ ਕਰਦੇ ਨੇ ਕਿ ਮਨਮੁਖ ਬਹੁਤ ਐਕਸੈਪਟ ਕਰ ਲੈਂਦੇ ਆ, ਕਿਉਂਕਿ ਉੱਥੇ ਕੁਝ ਬਦਲਣ ਦੀ ਲੋੜ ਨਹੀਂ ਆ, ਕੋਈ ਔਗੜ ਘਾਟੀ ਚੜਨ ਦੀ ਲੋੜ ਨਹੀਂ ਆ, ਉਹਦੇ ਜਿਹੜੀ ਰੋਡ ਬਣਿਆ। ਔਰ ਉਹਦੇ ਵਿੱਚ ਇੱਕ ਥੋੜੀ ਸਾਡੇ ਵਰਗੇ ਹੋਰ ਸ਼ਦਾਈ ਬੜੇ ਹਜ਼ਾਰਾਂ ਬੈਠੇ ਨੇ, ਇਸ ਕਰਕੇ ਬੰਦੇ ਨੂੰ ਬੜੀ ਸਿਕਿਉਰਿਟੀ ਫੀਲ ਹੁੰਦੀ ਹੈ ਕਿ ਮੈਂ ਇਕੱਲਾ ਨਹੀਂ ਖਲੋਤਾ, ਇਹ ਤੇ ਸਾਡੇ ਨਾਲ ਤੇ ਹਜ਼ਾਰਾਂ ਹੀ ਆ। ਬਿਲਕੁਲ ਸਹੀ ਗੱਲ। ਹੁਣ ਤੁਸੀਂ ਕਿਤੇ ਵੇਖਿਓ, ਤੁਹਾਨੂੰ ਮੈਂ ਇੱਕ ਹੋਰ ਗੱਲ ਸਮਝਾਵਾਂ ਕਿ ਜਦੋਂ ਪਿੰਡ ਦੇ ਵਿੱਚ ਬੱਤੀ ਗਈ ਹੋਵੇ ਨਾ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ, ਕੋਈ ਫਰਕ ਨਹੀਂ ਪੈਂਦਾ। ਬੱਤੀ ਗਈ ਸਾਰੇ ਪਿੰਡ ਦੀ ਗਈ ਆ, ਪ੍ਰੋਬਲਮ ਉਦੋਂ ਹੋਣੀ ਆ ਜਦੋਂ ਤੁਹਾਡੇ ਘਰ ਬੱਤੀ ਗਈ ਹੋਵੇ ਤੇ ਤੁਹਾਡੇ ਗੁਆਂਢੀ ਦੀ ਬਲਦੀ ਹੋਵੇ, ਫਿਰ ਬੜੀ ਪ੍ਰੋਬਲਮ ਹੋ ਜਾਣੀ। ਇਹੋ ਜੀਵਨ ਹੈ। ਹੁਣ ਆਪਾਂ ਕੀ ਜੀਵਨ ਦੇ ਵਿੱਚ ਇਹ ਸੋਚਦੇ ਆ ਕਿ ਸਾਰੇ ਡੁੱਬਦੇ ਪਏ ਨੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਬਾਣੀ ਕਹਿੰਦੀ ਆ ਉਹਨਾਂ ਨੂੰ ਡੁੱਬਣ ਦੇ ਤੂੰ ਨਾ ਡੁੱਬ, ਇੰਨਾ ਹੀ ਫਰਕ ਹੈ। ਗੋਰਖੀ ਸਾਹਿਬ ਇੱਕ ਚੀਜ਼ ਨਾ ਮੈਂ ਪਲੀਜ਼ ਵਿੱਚ ਥੋੜਾ ਜਿਹਾ ਇੰਟਰਪਟ ਕਰਕੇ ਇੱਕ ਚੀਜ਼ ਕਹਿਣਾ ਚਾਹੁੰਦਾ ਹਾਂ ਬਈ ਧਰਮਰਾਜ ਜਿਹੜਾ ਹੈਗਾ ਨਾ, ਦੇਖੋ ਜਿਹੜੀ ਚੀਜ਼ ਦੇ ਪਿੱਛੇ ਮਰ ਕੇ ਆਪਾਂ ਨੇ ਨਾ, ਜਿਹੜੀ ਚੀਜ਼ ਦੇ ਪਿੱਛੇ ਆਪਣੇ ਜਿਹੜੀ ਵਿਖਿਆ ਦੇ ਪਿੱਛੇ ਆਪਾਂ ਨੇ ਆਪਣਾ ਮਨੁੱਖੀ ਜੂਨ ਗਵਾਇਆ ਹੈਗਾ, ਉਹ ਜਿਹੜੀ ਇੱਛਾ ਹੈਗੀ ਉਹੀ ਪੂਰੀ ਕਰਦਾ ਹੈ। ਇੱਕ ਗੁਜਰੀ ਰਾਗ ਦੇ ਵਿੱਚ ਜਿਹੜਾ ਹੈਗਾ त्रिलोचन जी ਦਾ ਸ਼ਬਦ ਹੈਗਾ, ਦੇਖੋ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਉਤਰੈ। ਲੈ ਹੁਣ ਮਾਰ ਕੇ ਜਿਹੜਾ ਹੈਗਾ ਉਹ ਬਲੰਗ ਮਾਰ ਕੇ ਉਹਦੇ ਉੱਤੇ ਬਹਿ ਜਾ, ਲక్ష్ਮੀ ਦੇ ਉੱਤੇ ਸੱਪ ਬਹਿ ਜਾਂਦਾ ਹੈ ਜਿਹੜਾ ਸੋਨੇ ਚਾਂਦੀ ਧਨ ਦੇ ਉੱਤੇ। ਫਿਰ ਕਹਿੰਦੇ ਆ ਹਰੀ ਭਾਈ ਗੋਬਿੰਦ ਨਾਮ ਮਤ ਬੀਸਰੈ ਰਹਾਓ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਵਲ ਵਲ ਉਤਰੈ। ਲੈ ਸੈਕਸ ਚਾਹੀਦਾ ਸੀ ਤੈਨੂੰ, ਇਹ ਇਸਤਰੀ ਮਤਲਬ ਇਹ ਪਰਾਇਆ ਮਰਦ ਪਰਾਇਆ ਇਸਤਰੀ ਦੋਨਾਂ ਦੇ ਵਾਸਤੇ ਕਾਮਨ ਆ, ਭਾਈ ਲੈ ਬੈਸ਼ਵਾ ਜੋਨ ਲੈ ਲਾ, ਦਿਨ ਦੇ ਵਿੱਚ ਇੱਕ ਸੈਕਸ ਹੀ ਕਰੀ ਜਾ ਤੂੰ। ਫਿਰ ਜਿਹੜਾ ਹੈਗਾ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬੱਚੇ ਚਾਹੀਦੇ ਸੀ, ਬੱਚਿਆਂ ਦੇ ਵਾਸਤੇ ਮਰ ਗਿਆ, ਸੂਕਰ ਜੋਨ ਵਲ ਵਲ ਉਤਰੈ। ਸੂਰ ਦੀ ਜੂਨੀ ਲੈ ਲੈ, ਇੱਕ ਵਾਰੀ ਸੂਰੀ ਜਿਹੜੀ ਹੈ 8-8 10-10 ਬੱਚੇ ਦੇ ਦਿੰਦੀ ਹੈ। ਫਿਰ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਵਲ ਵਲ ਉਤਰੈ। ਆ ਜੂਨਾਂ ਦਿੱਤੀਆਂ ਦੇਖ ਲਓ ਧਰਮਰਾਜ ਨੇ, ਜਿਹੜਾ ਘਰਾਂ ਨੂੰ ਸਿਮਰਦਾ ਰਹਿੰਦਾ, ਕਹਿੰਦੇ ਲੈ ਬਈ ਪ੍ਰੇਤ ਹੋ ਕੇ ਪੁੱਠਾ ਲਟਕੀ ਜਾ, ਹੁਣ ਤੂੰ ਉੱਥੇ ਹੀ ਉਹਦੀ ਆਤਮਾ ਜਿਹੜੀ ਹੈਗੀ ਆ ਉਹ ਵਾਸਾ ਕਰੀ ਜਾਂਦੀ ਆ ਬਸ ਪ੍ਰੇਤ ਦੀ, ਉਹ ਘਰ ਦੇ ਵਿੱਚ ਹੀ ਕਹਿੰਦੇ ਇਸੇ ਘਰ 'ਚ ਘੁੰਮਦਾ ਰਿਹਾ, ਕਿਸੇ ਨੂੰ ਪਤਾ ਲੱਗੂਗਾ ਨਹੀਂ। ਇਸ ਤਰ੍ਹਾਂ ਦੇਖ ਲਓ ਭਾਈ, ਆਪਾਂ ਜੋ ਇੱਛਾ ਕਰਦੇ ਹਾਂ ਅੱਗੇ ਜੂਨਾਂ ਦੇ ਵਿੱਚ ਉਹ ਇੱਛਾ ਹੀ ਪੂਰੀ ਹੁੰਦੀ ਹੈ। ਬਸ ਇਹੀ ਮੈਂ ਕਹਿਣਾ ਚਾਹੁੰਦਾ ਸੀ। ਹਾਂਜੀ ਗੁਰਕੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਦੇਖੋ ਇੱਥੇ ਆਪਾਂ ਕਿਹਨੂੰ ਸਮਝੀਏ, ਆਹ ਤੁਕ ਤੇ ਆਉਂਦੇ ਆ ਵਾਪਸ। ਉਹ ਕਹਿੰਦੇ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਗੁਰੂ ਕੋਲੋਂ ਮਿਲਣਾ ਹੈ ਭਾਈ ਬਸ। ਹਾਂ, ਕਿਉਂਕਿ ਉਹ ਜੇ ਕਰੋ ਉਹਦਾ ਸਾਨੂੰ ਭੇਦ ਚਾਹੀਦਾ ਹੈ ਤੇ ਸਾਨੂੰ ਉਹਨਾਂ ਮਨੁੱਖਾਂ ਦੀ ਸੰਗਤ ਕਰਨੀ ਪਊਗੀ ਜਿਨ੍ਹਾਂ ਨੇ ਆਪ ਇਸ ਆਤਮਾ ਤੱਤ ਨੂੰ ਅਨੁਭਵ ਕੀਤਾ। ਫਿਰ ਜੋ ਕਹਿੰਦੇ ਨੇ ਫਿਰ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਉਦਾਂ ਢਾਲਣਾ ਪਊਗਾ। ਬਿਲਕੁਲ, ਕਿਉਂਕਿ ਜਿਹਨੇ ਇੰਜਨ ਬਣਾਇਆ ਸਾਨੂੰ ਉਸ ਬੰਦੇ ਕੋਲ ਜਾਣਾ ਪੈਣਾ। ਤੇ ਜਿਹਨੇ ਕੇਵਲ ਕਿਤਾਬਾਂ ਹੀ ਪੜ੍ਹੀਆਂ ਇੰਜਨ ਦੇ ਬਾਰੇ, ਉਹਦੇ ਕੋਲ ਜਾਣ ਦਾ ਤੇ ਫਾਇਦਾ ਕੋਈ ਨਹੀਂ। ਉਹਦੇ ਕੋਲ ਫੈਕਟਰੀ ਨਹੀਂ ਹੈਗੀ, ਨਾ ਉਹਨੂੰ ਟੈਕਨੀਕ ਦਾ ਪਤਾ, ਉਹਨੇ ਕਿਤਾਬੀ। ਹੁਣ ਤੁਸੀਂ ਕਿਤਾਬ ਤੇ ਰੋਟੀ ਪੜ੍ਹੀ ਹੋਵੇ ਕਿੱਦਾਂ ਰੋਟੀ ਬਣਦੀ ਆ, ਆਟਾ ਲਈਦਾ, ਆਟੇ 'ਚ ਪਾਣੀ ਪਾਉਣਾ, ਫਿਰ ਆਟੇ ਨੂੰ ਗੁੰਨਣਾ, ਗੁੰਨ ਕੇ ਤੇ ਫਿਰ ਉੱਤੇ ਤਵਾ ਬਾਲ ਕੇ ਫਿਰ ਉੱਥੇ ਰੋਟੀ ਵੇਲਣੀ ਹੈ, ਰੋਟੀ ਬਣਾ ਲੈਣੀ ਆ। ਹੁਣ ਤੁਸੀਂ ਸੋਚੋਗੇ ਕੰਮ ਤੇ ਬੜਾ ਆਸਾਨ ਹੈ। ਹੁਣ ਜਦੋਂ ਆਟਾ ਗੁੰਨੋਗੇ ਤੁਸੀਂ ਖੁਦ ਸਮਝਣਾ ਹੈ ਕਿ ਕਈ ਵਾਰੀ ਪਾਣੀ ਵੱਧ ਜਾਣਾ ਹੈ, ਕਈ ਵਾਰੀ ਆਟਾ ਸੁੱਕਾ ਰਹਿ ਜਾਣਾ ਹੈ, ਫਿਰ ਆਟੇ ਨੂੰ ਗੁੰਨਣਾ। ਚਲੋ ਗੁੰਨ ਗੰਨ ਲਿਆ, ਪਰ ਰੋਟੀ ਨੂੰ ਇੱਕ ਆਕਾਰ ਬਣਾਉਣਾ, ਬਰਾਬਰ ਲੈਵਲ ਕਰਨਾ, ਉਹ ਇੱਕ ਕਲਾ ਹੈ। ਗੋਰਕੀ ਸਾਹਿਬ, ਹੱਥ ਦੇ ਵਿੱਚੋਂ ਆਟਾ ਹੀ ਚੰਬੜਿਆ ਹੋਇਆ ਨਹੀਂ ਨਿਕਲਣਾ ਤੁਹਾਡੇ ਕੋਲੋਂ। ਹਾਂ, ਜਦੋਂ ਤੁਹਾਨੂੰ ਟੈਕਨੀਕ ਆ ਗਈ ਫਿਰ ਤੇ ਉੱਥੇ ਥੋੜਾ ਜਿਹਾ ਆਟਾ ਵੀ ਨਹੀਂ ਬਾਹਰ ਰੁੜਦਾ। ਤੇ ਜੇ ਨਵਾਂ ਬੰਦੇ ਨੂੰ ਆਟਾ ਗੁੰਨਣ ਤੇ ਡਾ ਦੋ, ਉਹਨੇ ਸਾਰੀ ਰਸੋਈ ਭਰ ਦੇਣੀ ਹੈ। ਬਿਲਕੁਲ। ਔਰ ਬਣਾ ਵੀ ਉਹਨੇ ਰੋਟੀਆਂ ਇੰਨੀਆਂ ਜ਼ਿਆਦਾ ਦੇਣੀਆਂ ਕਿ ਪਤਾ ਨਹੀਂ ਗੁਆਂਢੀਆਂ ਨੂੰ ਵੀ ਖਵਾਉਣੀਆਂ ਪੈਣੀਆਂ, ਕਿਉਂਕਿ ਉਹਨੂੰ ਪਤਾ ਹੀ ਨਹੀਂ ਸਹੀ ਗੱਲ ਕਿੰਨਾ ਆਟਾ ਗੁੰਨਣਾ, ਟੈਕਨੀਕ ਦਾ ਨਹੀਂ ਪਤਾ। ਠੀਕ ਹੈ, ਸੋ ਇਹ ਗੱਲਾਂ ਬਾਤਾਂ ਨੇ। ਇੱਥੇ ਉਹ ਕਹਿ ਰਹੇ ਨੇ ਕਿ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਗੁਰਮੁਖ ਦਾ ਮਤਲਬ ਜਿੰਨਾ ਬ੍ਰਹਮ ਗਿਆਨੀਆਂ ਨੇ ਸਫ਼ਰ ਪੂਰਾ ਕੀਤਾ ਤੇ ਉਹ ਉਹਨਾਂ ਤੋਂ ਇਹਦਾ ਭੇਦ ਪਤਾ ਲੱਗੇਗਾ। ਫਿਰ ਕਹਿੰਦੇ ਮਨਮੁਖ ਘਰ ਹੁੰਦੇ ਬਸ ਨਾ ਜਾਣਨੀ ਅੰਧੇ ਭੌਕ ਮੂਏ ਬਿਲਾਏ। ਉਹਨੇ ਘਰ ਦੇ ਵਿੱਚ ਹੀ ਵੱਤ ਹੈਗੀ, ਉਹਨਾਂ ਦੇ ਅੰਦਰ ਹੀ ਨਾਮ ਹੈ ਨਿਧਾਨ,
ਕਹਿੰਦੇ ਨਹੀਂ ਜਾਣਦੇ ਮਨ ਦੇ ਪਿੱਛੇ ਚੱਲਣ ਵਾਲੇ ਮੈਜੋਰਟੀ, ਕਿਉਂਕਿ ਉਹ ਜਿਹੜੇ ਹੈਗੇ ਅੰਨੇ ਹੈਗੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਕਰਨਾ ਹੈ, ਮਾਇਆ ਦੇ ਪਿੱਛੇ ਲੜੀ ਜਾਂਦੇ ਆ, ਬਸ ਬਿੱਲ ਆਈ ਜਾਂਦੇ ਆ। ਹਾਂ ਏਦਾਂ ਨਿੱਜਰ ਸਾਹਿਬ ਜਿੱਦਾਂ ਕਿ ਕਿਸੇ ਦੇ ਘਰ ਕੋਈ ਸੋਨਾ ਨੱਪਿਆ ਹੋਵੇ। ਹਾਂ ਹੁਣ ਉਹ ਬੰਦੇ ਦਾ ਘਰ ਹੋਵੇ ਤੇ ਲੋਕੀ ਕਹਿਣ ਵੀ ਇੱਥੇ ਸੋਨਾ ਨੱਪਿਆ, ਉਹ ਸੋਨਾ ਨੱਪਿਆ, ਸਾਰੀ ਜ਼ਿੰਦਗੀ ਉਹ ਗਰੀਬੀ ਚ ਕੱਢ ਦੇ, ਉਹ ਕੁੱਟੇ ਹੀ ਨਾ। ਤੇ ਇਹਦੇ ਵਿੱਚ ਉਸ ਬੰਦੇ ਦਾ ਹੀ ਕਸੂਰ ਹੈ ਜਿਹਦੇ ਘਰ ਚ ਸੋਨਾ ਨੱਪਿਆ, ਜਿਹਨੂੰ ਆਂਢ ਗੁਆਂਢ ਕਹਿੰਦੇ ਨੇ। ਹੁਣ ਬਾਣੀ ਵੀ ਸਾਨੂੰ ਇਹ ਕਹਿ ਰਹੀ ਆ ਕਿ ਤੇਰੇ ਘਰੇ ਸੋਨਾ ਹੈਗਾ, ਤੂੰ ਬਹੁਤ ਅਮੀਰ ਆਦਮੀ ਆ। ਬਿਲਕੁਲ ਅਮੀਰ ਆਦਮੀ, ਤੂੰ ਝੱਕਾਂ ਮਾਰਨੀਆਂ ਬੰਦ ਕਰ, ਇਹ ਸੋਨਾ ਪੁੱਟ ਲਾ ਤੇ ਤੂੰ ਬਾਦਸ਼ਾਹ ਬਣ ਜਾ। ਹਾਂ ਪਰ ਬੰਦਾ ਸਾਰੀ ਜ਼ਿੰਦਗੀ ਮੰਗਦਾ, ਚੋਰੀਆਂ ਠੱਗੀਆਂ, ਇੱਧਰ ਉੱਧਰ ਉਲਟੇ ਪੁਲਟੇ ਕੰਮ ਕਰਦਾ। ਉਸ ਨਾਮ ਰੂਪੀ ਖਜ਼ਾਨੇ ਨੂੰ, ਨਿਧਾਨ ਨੂੰ ਕਦੇ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਔਰ ਜਿਸ ਤਰੀਕੇ ਨਾਲ ਕਰਦਾ ਹੈ ਉਸ ਤਰੀਕੇ ਨਾਲ ਤੇ ਮਿਲਣਾ ਨਹੀਂ। ਹੁਣ ਉਹ ਗੱਲ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਚੀਜ਼ ਜਿੱਥੇ ਗਵਾਚੀ ਆ ਉੱਥੇ ਲੱਭਣ ਤੇ ਪ੍ਰਾਪਤ ਹੋਣੀ ਹੈ। ਰਾਬੀਆ ਹਸਨ ਨੂੰ ਕਹਿੰਦੀ ਹੈ ਕਿ ਤੂੰ ਕਹਿੰਦਾ ਮੱਕੇ ਜਾਣਾ, ਤੇ ਉਸ ਚੀਜ਼ ਨੂੰ ਸਮਝਾਉਣ ਦੇ ਲਈ ਉਹ ਇੱਕ ਦਿਨ ਸੂਈ ਲੱਭਦੀ ਹੈ। ਇਹ ਆਪਣੀ ਆਤਮ ਗਿਆਨ ਕਿਤਾਬ 'ਚ ਵੀ ਹੈਗੀ ਹੈ ਛੋਟੀ ਜਿਹੀ ਕਹਾਣੀ। ਉਹ ਸੂਈ ਲੱਭਦੀ ਆ, ਸੂਈ ਜਦੋਂ ਉਹ ਉਧਰ ਹਸਨ ਆ ਜਾਂਦਾ, ਹਸਨ ਕਹਿੰਦਾ ਰਾਬੀਆ ਕੀ ਗਵਾਚ ਗਿਆ? ਉਹ ਕਹਿੰਦੀ ਮੇਰੀ ਸੂਈ ਗਵਾਚ ਗਈ ਆ, ਤੇ ਹੁਣ ਏਦਾਂ ਕਰੋ ਕਿ ਜਿਹੜੀ ਮੇਰੀ ਮਦਦ ਕਰੋ। ਚਲੋ ਹਸਨ ਵੀ ਲਵਾਉਂਦਾ, ਹਸਨ ਲੱਭਦਾ, ਕੁਝ ਸਮਾਂ ਲੱਭਦਾ। ਉਸ ਸਮੇਂ ਦੇ ਵਿੱਚ ਲਾਈਟਾਂ ਨਹੀਂ ਹੁੰਦੀਆਂ ਸੀ, ਮਿਸਾਲ ਜਲਾਈ ਸੀ ਸੜਕ ਦੇ ਉੱਤੇ, ਰਾਜੇ ਚਲਾਉਂਦੇ ਸੀ ਉਦੋਂ। ਤੇ ਲੱਭਦਾ ਰਿਹਾ। ਫਿਰ ਤੁਸੀਂ ਕਹਾਣੀ ਸੁਣੀ ਆ, ਫਿਰ ਵੀ ਇਸ ਕਹਾਣੀ ਨਾਲ ਜੁੜਦੀ ਆ, ਆਪਣੀ ਕਥਾ ਨਾਲ ਜੁੜਦੀ ਆ, ਤੇ ਇਸ ਕਰਕੇ ਸੁਣਾਉਣੀ ਜ਼ਰੂਰੀ ਹੈ। ਚਲੋ ਕਰਕੇ ਕੁਝ ਸਮਾਂ ਲੱਭਿਆ, ਫਿਰ ਆਪਾਂ ਵੀ ਕੋਈ ਚੀਜ਼ ਲੱਭੀ ਤੇ ਆਪਾਂ ਇੱਕ ਸਵਾਲ ਕਰਦੇ ਹਾਂ ਵੀ ਚੀਜ਼ ਰਾਬੀਆ ਗਵਾਚੀ ਕਿੱਥੇ ਸੀ? ਉਹ ਕਹਿੰਦੀ ਕਿ ਹਸਨ ਚੀਜ਼ ਜਿਹੜੀ ਸੂਈ ਗਵਾਚੀ ਉੱਥੇ ਗਵਾਚੀ ਆਪਣੇ ਘਰੇ। ਤੇ ਉਹ ਹਸਨ ਕਹਿੰਦਾ ਕਿ ਜੇ ਰਾਬੀਆ ਚੀਜ਼ ਘਰੇ ਗਵਾਚੀ ਹੈ ਤੇ ਆਪਾਂ ਘਰੇ ਜਾ ਕੇ ਲੱਭਦੇ ਹਾਂ। ਰਾਬੀਆ ਕਹਿੰਦੀ ਘਰੇ ਲੱਭਣ ਦਾ ਫਾਇਦਾ ਨਹੀਂ ਹੈ, ਕਿਉਂਕਿ ਇੱਥੇ ਹਨੇਰਾ ਹੈਗਾ। ਇੱਥੇ ਦੇ ਕਿੰਨਾ ਚਾਨਣ ਹੈਗਾ। ਕਹਿੰਦਾ ਠੀਕ ਹੈ ਇੱਥੇ ਬਹੁਤ ਚਾਨਣ ਆ, ਬਟ ਇੱਥੇ ਲੱਭਣ ਤੇ ਉਹ ਚੀਜ਼ ਮਿਲੇਗੀ ਨਹੀਂ, ਕਿਉਂਕਿ ਚੀਜ਼ ਜਿੱਥੇ ਗਵਾਚੀ ਆ ਉੱਥੇ ਲੱਭਣ 'ਚ ਹੀ ਮਿਲੇਗੀ। ਆਪਾਂ ਉੱਥੇ ਜਾਈਏ, ਕੁਝ ਹਨੇਰੇ ਦਾ ਅਰੇਂਜਮੈਂਟ ਕਰੀਏ, ਕਿਸੇ ਤਰੀਕੇ ਨਾਲ ਪ੍ਰਕਾਸ਼ ਨੂੰ ਲਿਆਈਏ ਤੇ ਹਨੇਰਾ ਦੂਰ ਹੋਵੇ ਤੇ ਉੱਥੋਂ ਚੀਜ਼ ਸਾਨੂੰ ਪ੍ਰਾਪਤ ਹੋਵੇ। ਇਸੇ ਤਰ੍ਹਾਂ ਬਾਣੀ ਸਾਨੂੰ ਕਹਿੰਦੀ ਹੈ ਕਿ ਜਿੱਥੇ ਚਮਕ ਤੂੰ ਬੈਠਾ ਹੈ ਨਾ, ਜਿੱਥੇ ਮੱਕੇ ਬੈਠਾ, ਮਦੀਨੇ ਬੈਠਾ, ਜਿੱਥੇ ਮਰਜੀ ਤੂੰ ਚਮਕ ਤੇ ਬੈਠਾ ਹੈ, ਉੱਥੇ ਚੀਜ਼ ਨਹੀਂ ਗਵਾਚੀ, ਤੇਰੇ ਅੰਦਰ ਗਵਾਚੀ ਹੈ। ਜਿੱਥੇ ਗਵਾਚੀ ਹੈ ਉੱਥੇ ਤੂੰ ਲੱਭਦਾ ਨਹੀਂ ਆ। ਤੂੰ ਅੰਦਰ ਜਾਂਦਾ ਹੈ ਤੇ ਉੱਥੇ ਤੈਨੂੰ ਵਿਚਾਰ ਮਿਲਦੇ, ਹਨੇਰਾ ਮਿਲਦਾ ਹੈ, ਇਸ ਕਰਕੇ ਤੂੰ ਡਰ ਜਾਂਦਾ। ਹੁਣ ਫਿਰ ਜਦੋਂ ਬੰਦੇ ਨੂੰ ਅੰਦਰ ਡਰ ਲੱਗਦਾ, ਬੰਦਾ ਸੋਚਦਾ ਤੇ ਅੰਦਰ ਤੇ ਭਗਤੀ ਕਰਨ ਦੇ ਨਾਲ ਵਿਚਾਰ ਹੀ ਬੜੇ ਆ ਗਏ। ਪਰ ਅਸਲ 'ਚ ਆ ਨਹੀਂ ਕਿ ਵਿਚਾਰ ਤੇ ਪਹਿਲਾਂ ਡੇਰਾ ਡਾਲ ਕੇ ਬੈਠੇ। ਤੇਰੇ ਕਾਰਨ ਸਰੀਰ ਦੇ ਉੱਤੇ ਜਿੱਦਾਂ ਮੈਲ ਨਹੀਂ, ਗੁੜ ਨੂੰ ਆਪਾਂ ਕਾੜਦੇ ਨੇ ਜੈਸਾ, ਬਿਲਕੁਲ ਐਵੇਂ ਮੈਲ ਉੱਤੇ ਆਪਾਂ ਜਦੋਂ ਰੋਹ ਨੂੰ ਕਾੜਦੇ ਤੇ ਵੇਖੋ ਉੱਤੇ ਜਾਲੀ ਦੇ ਨਾਲ ਮੈਲ ਲਾਉਣੀ ਪੈਂਦੀ ਹੈ। ਬਿਲਕੁਲ ਲਾਉਣੀ ਪੈਂਦੀ ਹੈ। ਇਸੇ ਤਰ੍ਹਾਂ ਇਹ ਤੁਹਾਡੇ ਚਿੱਤ 'ਚ ਜਿਹੜੀ ਚੀਜ਼ ਪ੍ਰਗਟ ਹੋ ਰਹੀ ਹੈ, ਮੈਲ ਮਤਲਬ ਤੁਹਾਡੇ ਕਾਰਨ ਸਰੀਰ ਦੀ ਗੰਦਗੀ ਹੈ ਉਹ। ਤੇ ਇਹ ਜਿੱਦਾਂ ਉੱਤੇ ਪੱਤ ਦੇ ਉੱਤੇ ਮੈਲ ਆਈ ਜਾਂਦੀ, ਉਸੇ ਤਰ੍ਹਾਂ ਹੀ ਵਿਚਾਰਾਂ ਦੇ ਰੂਪ 'ਚ ਮੈਲ ਆ ਰਹੀ ਹੈ। ਹੁਣ ਉਹਨੂੰ ਵੇਖਣਾ ਹੈ। ਬਾਣੀ ਤੇ ਕਹਿੰਦੀ ਕਿ ਤੂੰ ਉੱਥੇ ਟੱਕਰ ਮਾਰ, ਉੱਥੇ ਪਹੁੰਚ ਕਿ ਭਾਵੇਂ ਜਿੰਨੀ ਮਰਜ਼ੀ ਮੈਲ ਆ ਜਾਏ, ਜਦੋਂ ਤੂੰ ਬਾਰ-ਬਾਰ ਰੋਜ਼ ਥੋੜੀ ਲਾਉਣੀ ਸ਼ੁਰੂ ਕੀਤੀ, ਇੱਕ ਸਮਾਂ ਆਉਣਾ ਥੱਲੇ ਗੁੜ ਤੈਨੂੰ ਦਿਖਾਈ ਦੇਵੇਗਾ। ਬਿਲਕੁਲ ਸਹੀ ਗੱਲ ਆ। ਬਿਲਕੁਲ ਅਗਲੀ ਜਿਹੜਾ ਸ਼ਲੋਕ ਹੈ ਇਹੀ ਕਹਿ ਰਿਹਾ ਹੈ। ਹਾਂ ਤੇ ਵੇਖ ਲਓ, ਆ ਜਾਓ ਫਿਰ ਉੱਥੇ ਪਹੁੰਚ ਜਾਈਏ। ਫਿਰ ਉਹ ਕਹਿੰਦੇ ਨੇ ਕਿ ਜਿਹੜਾ ਮਨਮੁਖ ਅੰਨਾ ਹੈ, ਕਿਉਂਕਿ ਉਹ ਐਵੇਂ ਉਹ ਘਰੇ ਵੀ ਚੀਜ਼ ਹੋਵੇ ਨਾ, ਉਹਨੂੰ ਲੱਭਣੀ ਨਹੀਂ। ਬਿਲਕੁਲ ਨਹੀਂ ਲੱਭਣੀ ਜੀ, ਬਿਲਕੁਲ ਨਹੀਂ ਲੱਭਣੀ। ਕਹਿਣ ਤੋਂ ਭਾਵ ਹੈ ਕਿ ਇੱਕ ਅੰਨੇ ਦੇ ਘਰ ਕੋਈ ਚੀਜ਼ ਹੋਵੇ, ਉਹਨੂੰ ਕਿੱਥੋਂ ਲੱਭ ਜਾਣੀ ਹੈ, ਕਿਉਂਕਿ ਉਹ ਅੰਨਾ। ਬਿਲਕੁਲ। ਇੱਕ ਤੇ ਅੱਖਾਂ ਤੋਂ ਅੰਨਾ ਹੁੰਦਾ, ਇੱਕ ਬੰਦਾ ਅਕਲ ਤੋਂ ਅੰਨਾ ਹੁੰਦਾ। ਇੱਥੇ ਜਿਹੜੀ ਆ ਅਕਲ ਤੋਂ ਅੰਨੇ ਦੀ ਗੱਲ ਹੋ ਰਹੀ ਹੈ, ਕਿਸੇ ਅੰਨੇ ਮਨੁੱਖ ਦੀ ਗੱਲ ਨਹੀਂ ਹੋ ਰਹੀ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀਏ। ਵੀਰ ਜੀ ਇੱਕ ਸਕਿੰਟ ਜੀ, ਕਹਿ ਸਕਦਾ ਜੀ? ਬੋਲੋ ਜੀ। ਹਾਂਜੀ ਬੋਲੋ। ਗੁੜ ਤੋਂ ਤੁਸੀਂ ਦੱਸਿਆ ਨਾ ਕਿ ਉਹ ਤੋਂ ਜਿਹੜੀ ਲਾਉਂਦੇ ਆ ਨਾ ਮੈਲ, ਉਹ ਮੈਂ ਜੀ ਖਾ ਕੇ ਦੇਖੀ, ਉਹ ਗੁੜ ਨਾਲੋਂ ਵੀ ਜ਼ਿਆਦਾ ਮਿੱਠੀ ਆ ਜੀ। ਇਸੇ ਕਰਕੇ ਅਸੀਂ ਗੁੜ ਤੱਕ ਪਹੁੰਚਦੇ ਹੀ ਨਹੀਂ। ਲਓ ਜੀ, ਉਹ ਕਹਿੰਦੇ ਜਿਹੜੀ ਗੰਦਗੀ ਜੀ ਹੁੰਦੀ ਹੈ ਨਾ, ਜਿਹਦੀ ਬਾਅਦ ਚ ਸ਼ਰਾਬ ਬਣਦੀ ਆ, ਉਹ ਕਹਿੰਦੇ ਗੁੜ ਤੋਂ ਵੀ ਮਿੱਠੀ ਹੈ। ਤੇ ਜ਼ਿਆਦਾਤਰ ਲੋਕੀ ਉਹਨੂੰ ਖਾ ਕੇ ਹੀ ਸੰਤੁਸ਼ਟ ਹੋ ਜਾਂਦੇ ਆ। ਬਿਲਕੁਲ। ਅਸਲੀ ਚੀਜ਼ ਤੱਕ ਪਹੁੰਚਦੇ ਹੀ ਨਹੀਂ। ਠੀਕ ਹੈ ਜੀ, ਬਹੁਤ ਵਧੀਆ ਪੁਆਇੰਟ ਜੀ। ਅੱਗੇ ਚੱਲੀਏ। ਮਹੱਲਾ ਤੀਜਾ। ਹੁਣ ਦੇਖੋ ਮਹਾਰਾਜ ਜਿਹੜੇ ਤੀਸਰੀ ਪਾਤਸ਼ਾਹੀ
ਕੀ ਕਹਿ ਰਿਹਾ ਵੀ ਕਿ ਮੈਲ ਲਾਵਾਂਗੇ ਤੇ ਕੀ ਹੋਊਗਾ। ਕੰਚਨ ਕਾਇਆ ਨਿਰਮਲੀ, ਮੈਲ ਹੈਗੀ ਵਿਚਾਰਾਂ ਦੀ, ਅਵਗੁਣਾਂ ਦੀ। ਇਹ ਹੈਗੀ ਆਪਣੇ ਆਪਾਂ ਜਿਹੜੇ ਹੈਗੇ ਇਹਦੇ ਨਾਲ ਆਹ ਕਾਲਕ ਲੱਗੀ ਹੋਈ ਆਪਾਂ ਨੂੰ। ਤੇ ਫਿਰ ਜੋ ਸੱਚ ਨਾਮੇ ਸੱਚ ਲਾਗੀ, ਆਹ ਦੇਖ ਲਓ ਧਿਆਨ ਸਿਮਰਨ, ਇਹ ਭਗਤੀ। ਤੇ ਇਹਦੇ ਨਾਲ ਕੀ ਹੋਊਗੀ, ਜਿਹੜੀ ਕਾਇਆ, ਜਿਹੜਾ ਸਰੀਰ ਜਿਹੜਾ ਹੈਗਾ ਸੱਚ ਨਾਮ ਦੇ ਨਾਲ ਲੱਗ ਗਿਆ, ਭਗਤੀ ਕਰਨ ਲੱਗ ਗਿਆ, ਸੱਚ ਦੇ ਨਾਲ ਜੁੜ ਗਿਆ, ਉਹ ਕੀ ਹੋਊਗਾ, ਕੰਚਨ ਕਾਇਆ ਨਿਰਮਲੀ। ਉਹਦੀ ਜਿਹੜੀ ਹੈਗੀ ਕਾਇਆ ਨਿਰਮਲ ਹੋ ਜਾਏਗੀ, ਕਾਇਆ ਨਿਰਮਲ ਹੋ ਜਾਏਗੀ। ਕਾਇਆ ਜਿਹੜੀ ਹੈਗੀ ਆ ਸੂਖਸ਼ਮ ਕਾਇਆ ਨਿਰਮਲ ਹੋ ਜਾਏਗੀ, ਉਹਦੇ ਅਵਗੁਣ ਚਲੇ ਜਾਣਗੇ। ਉਹ ਮਾਇਆ ਦੇ ਵਿੱਚ ਜਿਹੜਾ ਹੈਗਾ ਸਵਾਸ ਨਹੀਂ ਵੇਸਟ ਕਰੇਗਾ ਸਵਾਦਾਂ ਦੇ ਵਿੱਚ। ਨਿਰਮਲ ਜੋਤ ਨਿਰੰਜਨ ਪਾਇਆ। ਨੈਕਸਟ ਕੀ ਹੈ, ਜਦ ਨਿਰਮਲੀ ਹੋ ਗਈ, ਅਵਗੁਣ ਚਲੇ ਗਏ ਆਪਣੇ, ਤੇ ਫਿਰ ਤਾਂ ਅੰਦਰ ਆਤਮਾ ਤਾਂ ਦਰਸ਼ਨ ਹੋ ਗਏ, ਆਤਮਾ ਦੇ ਦਰਸ਼ਨ। ਆਹੀ ਮੈਲ ਤਾਂ ਸੀਗੀ ਜਿਹੜੀ ਦਿਸਣ ਨਹੀਂ ਦੇ ਰਹੀ ਸੀਗੀ। ਅਗਲੀ ਲਾਈਨ 'ਚ ਕਹਿੰਦੇ ਨਿਰਮਲ ਜੋਤ ਨਿਰੰਜਨ ਪਾਇਆ, ਨਿਰੰਜਨ ਆਤਮਾ ਪਾ ਲਈ, ਜੋਤ ਪ੍ਰਗਟ ਹੋ ਗਈ। ਗੁਰਮੁਖੇ ਭ੍ਰਮ ਭਉ ਭਾਗੀ, ਉਹ ਗੁਰੂ ਦੇ ਰਾਹੀਂ ਗੁਰੂ ਨੇ ਕਿਹਾ ਵੀ ਆ ਭਗਤੀ ਕਰ, ਆ ਜਿਹੜੀ ਮੈਲ ਹੈ ਇਹਨੂੰ ਲਾਈ ਜਾ। ਇਹ ਭ੍ਰਮ ਭਉ ਕੀ ਹੈ, ਇਹੀ ਮੈਲ ਆ, ਇਹੀ ਧੋਖਾ ਹੈ, ਇਹੀ ਮਾਇਆ ਨੇ, ਮਾਲਕ ਨੇ ਇਹੀ ਗੇਮ ਪਾਈ ਹੋਈ ਹੈ। ਨਾਨਕ ਗੁਰਮੁਖੇ ਸਦਾ ਸੁਖ ਪਾਵੇਂ, ਅੰਦਿਨ ਹਰ ਬੈਰਾਗੀ। ਜਿਹੜਾ ਇਨਸਾਨ ਔਰ ਆਪਣੇ ਅੰਦਰ ਇਹ ਭਗਤੀ ਕਰਾਂਗੇ ਤੇ ਕੀ ਹੋ ਜਾਊਗਾ, ਗੁਰੂ ਦੇ ਰਾਹੀਂ ਆਪਣੇ ਅੰਦਰ ਬੈਰਾਗ ਪੈਦਾ ਹੋ ਜਾਏਗਾ, ਆਪਣੇ ਅੰਦਰ ਆਤਮਾ ਨੂੰ ਦੇਖਣ ਦੀ ਇੱਛਾ ਪੈਦਾ ਹੋ ਜਾਏਗੀ ਵੀ ਮੇਰੇ ਅੰਦਰ ਜਿਹੜੀ ਹੈਗੀ ਆ ਚੀਜ਼ ਜਿਹੜੀ ਹਮੇਸ਼ਾ ਰਹਿੰਦੀ ਆ, ਮਰਨ ਤੋਂ ਬਾਅਦ ਵੀ ਮੈਂ ਰਹਿਣਾ ਆ, ਉਹ ਹੈ ਕੀ। ਪਹਿਲਾਂ ਤਾਂ ਇਹਦੇ ਬਾਰੇ ਜਿਹੜਾ ਹੈਗਾ ਇਨਸਾਨ ਨੂੰ ਇੱਕ ਵਾਰੀ ਲੱਗ ਗਿਆ ਬਈ ਮੇਰੇ ਅੰਦਰ ਹੈ, ਬੋਲਦਾ ਹੈ, ਸਾਰਾ ਕੁਝ ਹੈਗਾ, ਸੌਂਦਾ ਵੀ ਨਹੀਂ ਹੈ, ਹਮੇਸ਼ਾ ਜਾਗਦਾ ਰਹਿੰਦਾ ਹੈ ਕੌਣ ਇਹ। ਬਸ ਅਨਦਿਨ ਫਿਰ ਵੈਰਾਗ ਪੈਦਾ ਹੋ ਜਾਂਦਾ। ਫਿਰ ਉਹ ਜਿਹੜਾ ਹੈਗਾ ਨਾਨਕ ਗੁਰਮੁਖੇ ਸਦਾ ਸੁਖ ਭਾਵੇਂ ਸੁਖੀ ਹੋ ਜਾਂਦੇ ਆ, ਔਰ ਫਿਰ ਉਹ ਜਿਹੜੀ ਹੈਗੀ ਆਤਮ ਦਰਸ਼ਨ ਹੋ ਜਾਂਦੇ ਆ ਉਹਨਾਂ ਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਇਹ ਚੌਥੇ ਪਦ ਦੀ ਬਾਣੀ ਹੈ, ਇਹ ਜਿਹੜੀ ਦੇ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੇ। ਠੀਕ ਹੈ। ਦੇਖੋ ਜਦੋਂ ਤੁਸੀਂ ਸੋਨੇ ਵਰਗੇ ਹੋ ਗਏ ਨਾ, ਤਾਂ ਤੁਸੀਂ ਸੱਚ ਨਾਲ ਆਪਣੇ ਆਪ ਹੀ ਜੁੜ ਜਾਣਾ ਬਸ, ਕਿਉਂਕਿ ਦੋ ਰਹਿ ਨਹੀਂ ਹੈ। ਦੇਖੋ ਨਿਰਮਲ ਦੇ ਵਿੱਚ ਨਿਰਮਲ ਸਮਾਜ ਹੈ, ਜਿੱਦਾਂ ਦੁੱਧ 'ਚ ਦੁੱਧ ਸਮਾਜ ਹੈ, ਨਿਰਮਲ ਦੁੱਧ ਆ, ਉਹੀ ਕੁਆਲਿਟੀ ਦਾ ਦੁੱਧ ਤੁਹਾਡੇ ਕੋਲ ਹੈਗਾ। ਤੁਸੀਂ ਉਹਨੂੰ ਮਿਲਾ ਦੋਗੇ ਤੇ ਕੋਈ ਫਰਕ ਨਹੀਂ, ਕਿਉਂਕਿ ਦੋਨਾਂ ਦੀ ਬਰਾਬਰ ਹੀ ਹੈ ਫੈਂਡ। ਇਸੇ ਤਰ੍ਹਾਂ ਜਦੋਂ ਤੁਸੀਂ ਨਿਰਮਲ ਹੋ ਗਏ ਤੇ ਤੁਸੀਂ ਰਾਮ ਕਬੀਰਾ ਏਕ ਭਏ ਤੇ ਕੋਈ ਨਾ ਸਕੇ ਪਛਾਣ। ਰਾਮ ਤੇ ਕਬੀਰ ਦੇ ਵਿੱਚ ਕੋਈ ਫਰਕ ਨਹੀਂ ਹੈ। ਸੂਰਜ ਕਰਨ ਰਲੀ ਜੋ ਜਲ ਕਾ ਜਲ ਹੁਆ ਰਾਮ। ਕਿਉਂਕਿ ਦੋਨੋਂ ਹੀ ਕੰਮ ਬਰਾਬਰ ਹੋ ਗਏ। ਰਿਕੁਆਇਰਮੈਂਟ ਬ੍ਰਹਮ ਦੀ ਜੋ ਹੈਗੀ ਸੀ ਪੂਰੀ ਕਰਦੀ, ਤੇ ਬ੍ਰਹਮ ਕਹਿੰਦਾ ਹੈ ਕਿ ਤੂੰ ਕਰਦੇ ਤੇ ਅੰਦਰ ਆ ਜਾ। ਬਾਣੀ ਕਹਿੰਦੀ ਤੂੰ ਆਵਣ ਦੇਵੇ ਤੇ ਮੈਂ ਆਵਾਂ, ਜੇ ਤੂੰ ਆਉਣ ਦੇਵੇਂਗਾ ਮੈਂ ਆ ਜਾ। ਤੇ ਬਾਣੀ ਕਹਿੰਦੀ ਕਿ ਤੂੰ ਮੇਰੇ ਵਰਗਾ ਹੋ ਜਾ। ਜਦੋਂ ਬ੍ਰਹਮ ਵਰਗਾ ਹੀ ਤੁਹਾਨੂੰ ਹੋਣਾ ਪੈਣਾ, ਔਰ ਬ੍ਰਹਮ ਨੇ ਕਰਨਾ ਹੈ, ਪਰ ਇੱਛਾ ਤੁਹਾਡੀ ਹੈ ਹੋਣਾ ਕਿ ਨਹੀਂ ਹੋਣਾ। ਉਹ ਤੇ ਜ਼ਬਰਦਸਤੀ ਤੇ ਨਹੀਂ ਨਾ ਕਰ ਸਕਦਾ, ਉਹਦੀ ਤੋਂ ਪ੍ਰਕਿਰਤੀ ਬਣਾ ਕੇ ਬੈਠਾ। ਗੋਰਕੀ ਸਾਹਿਬ ਜੇ ਹੁਣ ਜਿਹੜਾ ਨਾ ਦੇਖੋ, ਜੇ ਖੁਦਾ ਕਹੇ ਮੈਂ ਤਾਂ ਮਿੱਟੀ 'ਚ ਹੀ ਲੇਟਣਾ ਹੈ ਤੇ ਬ੍ਰਹਮ ਕਿਵੇਂ ਉਹਨੂੰ ਕਰ ਦੂਗਾ ਠੀਕ। ਉਹਨੂੰ ਵਿਚਾਰੀ ਨੂੰ ਕਿੱਥੇ ਉਹਨੂੰ ਕੱਢ ਦੋ ਮਿੱਟੀ 'ਚ। ਉਹ ਕਹਿੰਦਾ ਭਰਾਵਾ ਲੇਟੀ ਜਾ, ਬਥੇਰੀ ਮਿੱਟੀ ਤੇਰੇ ਲਈ ਬਣਾਈ ਮੈਂ। ਸੋ ਇਹ ਚੀਜ਼ ਨੂੰ ਸਮਝੀਏ ਫਿਰ ਠੀਕ ਹੈ। ਅਗਲੇ ਬੰਨੇ ਕਹਿੰਦੇ ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਭਰਮ ਭਾਉ ਪਾਤ। ਹੁਣ ਦੇਖੋ ਭਰਮ ਤੇ ਭਾਉ ਜਿਹੜਾ ਡਰ ਆ ਤੇ ਭਰਮ ਆ। ਭਰਮ ਦਾ ਮਤਲਬ ਜੋ ਸੱਚ ਨੂੰ ਨਹੀਂ ਸਮਝ ਸਕਦਾ, ਜਿਸ ਨੂੰ ਪਤਾ ਨਹੀਂ ਕੀ ਸੱਚ ਹੈ ਕਿਤੇ ਕੀ ਝੂਠ ਹੈ, ਉਹ ਭਰਮ 'ਚ ਹੈ ਨਾ। ਭਰਮ ਹੈ ਹੀ ਗੋਰਕੀ ਸਾਹਿਬ। ਜਿਹੜਾ ਜੋ ਚੋਗਾ ਖਿਲਾਰਿਆ ਹੋਇਆ ਆ, ਜੋ ਸਵਾਦਾਂ ਦੇ ਪਿੱਛੇ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਇਹੀ ਭਰਮ ਹੈਗਾ ਸਾਰਾ ਦਾ ਸਾਰਾ। ਆਪਣਾ ਸਰੀਰ ਜਿਹੜਾ ਸਭ ਤੋਂ ਵੱਡਾ ਭਰਮ ਤਾਂ ਇਹ ਹੈਗਾ ਵੀ ਮੈਂ ਸਰੀਰ ਹੈਗਾ, ਸਭ ਤੋਂ ਵੱਡਾ ਭਰਮ ਆਹੀ ਹੈ। ਹਾਂਜੀ ਵੀਰ ਜੀ। ਹਾਂ, ਜਦੋਂ ਆਪਾਂ ਸੰਸਾਰ ਤੇ ਆਉਂਦੇ ਹਾਂ, ਸੰਸਾਰ ਨੂੰ ਵੇਖਦੇ ਹਾਂ, ਜਿੱਥੇ ਸੰਸਾਰ ਭੱਜ ਰਿਹਾ ਆਪਾਂ ਉੱਥੇ ਭੱਜਣਾ ਸ਼ੁਰੂ ਕਰਤਾ ਬਸ। ਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਸੱਚ ਕੀ ਝੂਠ, ਕਿਉਂਕਿ ਲੋਕਾਂ ਨੂੰ ਵੇਖ ਕੇ ਆਪਾਂ ਜੀਵਨ ਦੀ ਸ਼ੁਰੂਆਤ ਕਰਤੀ ਨਾ। ਚੱਲ ਪਏ ਆਪਾਂ ਭਰਮ ਦੇ ਵਿੱਚ, ਫਿਰ ਭਰਮ ਦੀ ਸਪੀਡ 'ਚ ਪੈ ਗਏ। ਰੇਸ ਲੱਗ ਗਈ। ਰੇਸ ਦੇ ਵਿੱਚ ਕੋਈ ਅੱਗੇ ਕੋਈ ਪਿੱਛੇ, ਕਿਤੇ ਤੁਸੀਂ ਅੱਗੇ ਲੰਘੇ, ਕਿਤੇ ਤੁਹਾਡੇ ਗੁਆਂਢੀ ਅੱਗੇ ਲੰਘੇ। ਇਹ ਕੰਮ ਚੱਲਦਾ ਰਹਿੰਦਾ ਬਸ।
ਤੇ ਜਦੋਂ ਗੱਡੀ ਭਜਾ ਕੇ ਵੇਖਿਓ, ਤੁਸੀਂ ਗੱਡੀ ਭਜਾਓਗੇ, ਤੁਸੀਂ ਪਤਾ ਨਹੀਂ ਦੂਜੇ ਸਫ਼ਰ ਤੇ ਹੀ ਚੱਲ ਜਾਣਾ। ਹੋ ਸਕਦਾ ਤੁਹਾਡੀ ਅਸਲੀ ਜਿਹੜੀ ਮੰਜ਼ਿਲ ਹੈ ਤੁਸੀਂ ਉੱਥੋਂ ਭਟਕ ਜਾਓ, ਕਿਉਂਕਿ ਰੇਸ ਦੇ ਵਿੱਚ ਆ ਗਏ, ਹਉਮੈ 'ਚ ਆ ਗਏ। ਇਹ ਇੱਕ ਹੀ ਕਹਿ ਰਹੇ ਨੇ ਕਿ ਜਿਹੜੀ ਨਿਰਮਲ ਜੋਤ ਜਦੋਂ ਤੁਹਾਡੇ ਅੰਦਰ ਪ੍ਰਗਟ ਹੋ ਗਈ ਤੇ ਤੁਸੀਂ ਨਿਰੰਜਨ ਹੋ ਜਾਣਾ। ਨਿਰਮਲ ਜੋਤ ਜਦੋਂ ਪ੍ਰਗਟ ਭਾਵ ਜਦੋਂ ਨਾਮ ਪ੍ਰਗਟ ਹੋ ਗਿਆ ਨਾ, ਜਿਹੜਾ ਵਿਸ਼ਰਾਮ ਅਵਸਥਾ 'ਚ ਹੈ, ਉਹ ਫਿਰ ਜਦੋਂ ਪ੍ਰਗਟ ਹੁੰਦਾ ਹੈ ਤੇ ਫਿਰ ਤੁਹਾਨੂੰ ਦੋ ਚੀਜ਼ਾਂ ਮਿਲਦੀਆਂ ਨੇ। ਇੱਕ ਤੇ ਤੁਸੀਂ ਨਿਰੰਜਨ ਹੋ ਜਾਂਦੇ, ਜੋ ਅੰਜਨ ਮਤਲਬ ਮੈਲ ਤੋਂ ਰਹਿਤ। आत्म लेवल हो गया ना, आत्म ते पहुंच, आत्म लेवल ते चले गए ना, शरीर तो ऊपर उड़ गए, बह गए, एक प्रकृति की कैद चो बाहर हो गए, प्रकृति ਨੂੰ ਬਿੰਨ ਦਿੱਤਾ। ਹਾਂਜੀ ਵੀਰ ਜੀ। ਹਾਂ, ਜੇ ਪੰਜਾਂ ਟੂਟੀਆਂ 'ਚ ਪਾਣੀ ਜਾਂਦਾ ਸੀ ਉਹ ਬੰਦ ਹੋ ਗਈਆਂ ਤੇ ਤੁਸੀਂ ਦਸਮ ਦੁਆਰ 'ਚ ਲੈ ਗਏ ਸਾਰੀ એનર્ਜੀ। ਬਸ ਹੁਣ ਜਦੋਂ ਲੈ ਗਏ ਤੇ ਫਿਰ ਕੀ ਹੋਇਆ, ਆਤਮਾ ਦੇ ਦਰਸ਼ਨ ਹੋਏ। ਤੇ ਫਿਰ ਜਦੋਂ ਤੁਸੀਂ ਆਤਮਾ ਦੇ ਵਾਰ-ਵਾਰ ਦਰਸ਼ਨ ਕੀਤੇ, ਨਾਲ ਤੁਹਾਡੇ ਕੋਲ ਬ੍ਰਹਮ ਅਗਨ ਹੈ। ਬ੍ਰਹਮ ਅਗਨ ਦੇ ਵਿੱਚ ਇਹ ਖੂਬੀ ਹੈ ਕਿ ਜਿਹੜੇ ਪਾਪ ਹੈ ਨਾ ਤੇ ਜਿਹੜੇ ਤੁਹਾਡੇ ਔਗਣ ਹੈ ਉਹਨਾਂ ਨੂੰ ਸਾੜ ਦਿੰਦੀ। ਬਿਲਕੁਲ ਸਾੜ ਦੇਗੀ, ਬਿਲਕੁਲ ਸਾੜ ਦੇਗੀ। ਇਹੀ ਕੰਚਨ ਕਾਇਆ ਕਰੂਗੀ। ਫਿਰ ਤੁਸੀਂ ਕੰਚਨ ਹੋ ਜਾਣਾ, ਸੋਨੇ ਵਾਂਗੂ ਸ਼ੁੱਧ ਸੋਨਾ ਬਣ ਜਾਣਾ। ਤੇ ਸ਼ੁੱਧ ਸੋਨਾ ਤੇ ਜਦੋਂ ਮਰਜ਼ੀ ਲੈ ਕੇ ਜਾਓ, ਮੇਰੀ ਸਟੈਂਪ ਦੀ ਥੋੜੀ ਲੋੜ ਹੈ। ਜਿੱਥੇ ਮਰਜ਼ੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਫਰਾਂਸ, ਇਟਲੀ, 24 ਕੈਰਟ ਦਾ ਸੋਨਾ ਲੈ ਕੇ ਜਾਓ, ਤੁਹਾਨੂੰ ਉਹਦੇ ਪੈਸੇ ਮਿਲ ਜਾਣੇ ਆ ਨਿੱਜਾ ਸਾਹਿਬ। ਬਿਲਕੁਲ ਮਿਲ ਜਾਣੇ ਜੀ, ਬਿਲਕੁਲ ਮਿਲ ਜਾਣੇ, ਕਿਉਂਕਿ ਤੁਹਾਡੇ ਕੋਲ ਸੋਨਾ ਹੈਗਾ ਭਾਈ। ਇਸੇ ਕਰਕੇ ਬਾਣੀ ਕਹਿੰਦੇ ਕਿ ਜਿਹੜੀ ਗੋਲਡ ਹੈ ਰੱਬ ਦੀ ਕਰੰਸੀ ਆ, ਉਹ ਰੱਬ ਨੇ ਬਣਾਈ ਆ। ਤੁਸੀਂ 24 ਕੈਰਟ ਦਾ ਗੋਲਡ ਬਣ ਜਾਓ, ਤੁਹਾਡੀ ਕੀਮਤ ਬਣ ਜਾਏਗੀ। ਫਿਰ ਅਗਲੇ ਬੰਨੇ ਬੋਲਦੇ, ਨਾਨਕ ਗੁਰਮੁਖ ਸਦਾ ਸੁਖ ਪਾਵੇ, ਅਣ ਦਿਨ ਹਰ ਬੈਰਾਗੀ। ਗੁਰੂ ਦੇ ਰਾਹੀਂ ਹਮੇਸ਼ਾ ਸੁਖ ਪਾ ਸਕਦਾ ਹੈ ਬਸ। ਹਾਂ, ਇਹ ਰਸਤਾ ਜਿਹੜਾ ਹੈ ਕਹਿੰਦੇ ਉਹਨਾਂ ਕੋਲ ਹੀ ਪੁੱਛਣਾ ਚਾਹੀਦਾ ਵਾ, ਜਿਹੜੇ ਇਸ ਰਸਤੇ ਦੇ ਪਾਂਧੀ ਨੇ, ਜਿਹੜੇ ਦਰ ਜਾ ਰਹੇ ਨੇ। ਹੁਣ ਤੁਸੀਂ ਆਲੂ ਗੰਢੇ ਵਾਲੇ ਕੋਲ ਪੁੱਛੋ ਤੇ ਉਹਨਾਂ ਨੂੰ ਨਹੀਂ ਪਤਾ। ਜਿਹੜਾ ਬੰਦਾ ਜਿਸ ਔਗਣ 'ਚ ਬੈਠਾ ਉਹਨੂੰ ਉਹਦਾ ਪਤਾ ਹੈ। ਇਹ ਜਿਹੜੀ ਅੰਦਰੂਨੀ ਯਾਤਰਾ ਹੈ, ਜੇਕਰ ਉਹ ਔਗਣਾਂ 'ਚ ਆਪ ਗਵਾਚਿਆ, ਤੁਹਾਨੂੰ ਜਿਹੜਾ ਬੰਦਾ ਖੂਹ 'ਚ ਡਿੱਗਿਆ ਕਿੱਥੋਂ ਬਾਹਰ ਕੱਢ ਦੂ? ਨਾ। ਹੁਣ ਮੈਂ ਖੂਹ 'ਚ ਬੈਠਾ ਹਾਂ, ਇਹਦੇ ਲਈ ਤੇ ਨਿੱਜਰ ਸਾਹਿਬ ਬੰਦਾ ਬਾਹਰ ਚਾਹੀਦਾ। ਖੂਹ ਦੇ ਬਾਹਰ ਜਿਹੜਾ ਰੱਸਾ ਸੁੱਟੇ ਜਾਂ ਪੌੜੀ ਪੂੜੀ ਫੜਾਵੇ ਤੇ ਮੈਂ ਬਾਹਰ ਆ ਜਾ। ਹਾਂ, ਖੂਹ ਵਾਲਾ ਇਹ ਕਰ ਸਕਦਾ ਹੈ, ਬਾਹਰਲੇ ਨੂੰ ਅੰਦਰ ਖਿੱਚ ਸਕਦਾ ਹੈ। ਹਾਂ, ਤੇ ਜੇ ਮੇਰੇ ਵਰਗਾ ਦੇ ਨਾਲ ਹੀ ਉਹ ਬੰਦਾ ਬੈਠਾ ਹੋਵੇ ਤੇ ਕਵੇ ਤੈਨੂੰ ਮੈਂ ਬਾਹਰ ਕੱਢ ਦੂੰਗਾ, ਮੈਂ ਇਹਨੂੰ ਕਹੂੰਗਾ ਜੇ ਤੂੰ ਬਾਹਰ ਕੱਢ ਸਕਦਾ ਤਾਂ ਸਭ ਤੋਂ ਪਹਿਲਾਂ ਤੂੰ ਕਿਉਂ ਨਹੀਂ ਬਾਹਰ ਚੱਲ ਜਾਂਦਾ? ਪਰ ਆਪਾਂ ਇਹ ਸਵਾਲ ਹੀ ਨਹੀਂ ਕਰਦੇ। ਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸਵਾਲ ਕੀਤਾ ਸੀ ਉਹ ਪਾਂਦੇ ਤੋਂ। ਪਾਂਦਾ ਕਹਿੰਦਾ ਕਿ ਮੈਂ ਤੈਨੂੰ ਜਨੇਊ ਪਾਉਣਾ, ਤੈਨੂੰ ਮੁਕਤ ਕਰ ਦੂੰ, ਤੇਰਾ ਮੈਂ ਗੁਰੂ ਬਣ ਜਾਊਂ। ਬਾਣੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਈ ਮੰਨਿਆ ਤੂੰ ਕੱਢ ਦੇਗਾ ਮੈਨੂੰ ਖੂਹ ਚੋਂ ਬਾਹਰ, ਪਰ ਤੂੰ ਮੇਰੇ ਨਾਲ ਖੂਹ 'ਚ ਕਿਉਂ ਬੈਠਾ ਹੈ? ਖੂਹ ਜਿਹੜਾ ਆਪ ਅੰਨਾ ਹੈ, ਗੁਰਕੀ ਸਾਹਿਬ ਕਿਵੇਂ ਕੱਢੂਗਾ? ਦੇਖੋ, ਅੰਨਾ ਮਾਰੇ ਅੰਨੀ ਨੂੰ, ਕੁਸੁੰਨ ਵੱਜੇ ਥਮੀ ਨੂੰ। ਨਹੀਂ, ਮੈਂ ਕੱਢਿਆ ਬਥੇਰਿਆਂ ਨੂੰ। ਕਹਿੰਦੇ ਵੀ ਤੂੰ ਕੱਢਿਆ ਨਾ, ਫਿਰ ਅਸਲ 'ਚ ਕੱਢਿਆ ਨਹੀਂ ਆ, ਤੂੰ ਉਹਨਾਂ ਨੂੰ ਬੇਵਕੂਫ ਬਣਾਇਆ। ਕਿਉਂਕਿ ਉਹ ਕਹਿੰਦੇ ਮੈਂ ਕਿੱਦਾਂ ਫਿਰ ਖੂਹ 'ਚ ਡਿੱਗਾ? ਉਹ ਕਹਿੰਦੇ ਤੈਨੂੰ ਦੱਸਦੇ, ਤੇਰੀਆਂ ਅੱਖਾਂ ਵੇਖ, ਤੂੰ ਜਿਹੜਾ ਜਨੇਊ ਮੈਨੂੰ ਪਾਈ ਜਾਂਦੇ, ਤੂੰ ਇਹਨਾਂ ਨੂੰ ਪਾਇਆ ਹੀ? ਤੂੰ ਆਪਣੇ ਹੱਥਾਂ ਨੂੰ ਪਾਇਆ, ਤੂੰ ਆਪਣੇ ਪੈਰਾਂ ਨੂੰ ਪਾਏ, ਆਪਣੇ ਮੂੰਹ ਨੂੰ ਪਾਏ, ਨੱਕ ਨੂੰ ਪਾਏ, ਤੂੰ ਕੰਨਾਂ ਨੂੰ ਪਾਇਆ ਹੀ? ਕਹਿੰਦੇ ਨਹੀਂ ਪਾਇਆ। ਤੇ ਕਹਿੰਦੇ ਫਿਰ ਤੂੰ ਕਿੱਦਾਂ ਕਹਿ ਸਕਦਾ ਕਿ ਗਰੰਟੀ ਦੇ ਸਕਦਾ ਕਿ ਤੂੰ ਵੀ ਮੁਕਤ ਹੋ ਜਾਏਗਾ ਜਨੇਊ ਨੂੰ ਧਾਰਨ ਦੇ ਨਾਲ? ਕਿਉਂਕਿ ਇਹਦਾ ਮਤਲਬ ਇਹ ਹੋਇਆ ਕਿ ਤੂੰ ਮੇਰੇ ਨਾਲ ਹੀ ਖੂਹ 'ਚ ਬੈਠਾ ਹੈ, ਤੂੰ ਬਾਹਰ ਨਹੀਂ ਹੈਗਾ। ਬਿਲਕੁਲ। ਜੇ ਕੋਈ ਚੀਜ਼ ਲਿਆਉਣੀ ਹੈ ਤੇ ਬਾਹਰੋਂ ਲਿਆ, ਜਿਹੜੀਆਂ ਅੰਦਰ ਪਈਆਂ ਉਹਦਾ ਕੋਈ ਫਾਇਦਾ ਨਹੀਂ ਹੈ, ਨੋ ਵੈਲਿਊ। ਠੀਕ ਹੈ ਜੀ। ਗੁਰੂ ਨਾਨਕ ਪਾਤਸ਼ਾਹ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਉਹ ਫਿਰ ਕਹਿੰਦੇ ਆ ਕਿ ਫਿਰ ਕੀ ਹੋਇਆ, ਜਦੋਂ ਤੁਹਾਡੇ ਅੰਦਰ ਜੋਤ ਬਲ ਗਈ ਨਾ, ਦੇਖੋ ਫਿਰ ਤੁਹਾਡੇ ਅੰਦਰ ਨਾ ਵਿਰਾਗ ਪੈਦਾ ਹੋਣਾ। ਵਿਰਾਗ ਜਿਹੜਾ ਨਾ, ਦੇਖੋ ਵਿਰਾਗ ਬੜੀ ਪਾਵਰਫੁਲ ਚੀਜ਼ ਹੈ। ਵਿਰਾਗ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਹਾਡੀ ਸੁਰਤੀ ਆਤਮਾ ਤੱਤ 'ਚ ਲੀਨ ਹੋ ਗਈ ਨਾ, ਫਿਰ ਸੰਸਾਰ ਤੁਹਾਨੂੰ ਖਿੱਚ ਨਹੀਂ ਸਕਦਾ। ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ। ਫਿਰ ਵਿਰਾਗ ਦਾ ਮਤਲਬ ਇਹ ਹੁੰਦਾ ਹੈ ਜੋ ਵੀ ਹੈ ਉਹ ਚੱਲ ਰਿਹਾ ਹੈ। ਤੁਸੀਂ ਕੰਮ ਕਰੋਗੇ, ਫੈਕਟਰੀ 'ਚ ਵੀ ਜਾਓਗੇ, ਬਿਜ਼ਨਸ ਵੀ ਕਰੋਗੇ, ਪਰ ਅੰਦਰ ਜਿਹੜਾ ਨਾਰੀਅਲ ਦੀ ਗਿਰੀ ਵਰਗੀ ਅਵਸਥਾ ਹੈ ਤੁਸੀਂ ਨਾਰੀਅਲ ਦੇ ਵਿੱਚ ਹੀ, ਪਰ ਪੱਕੀ ਗਿਰੀ ਵਾਂਗੂ ਤੁਸੀਂ ਉਸ ਤੋਂ ਅਲੱਗ ਹੋ ਚੁੱਕੇ ਜੀ। ਜਦੋਂ ਵੀ ਛਿਲਕਾ ਟੁੱਟੇਗਾ ਅੰਦਰਲੀ ਗਿਰੀ ਨੂੰ ਕੁਛ ਨਹੀਂ ਹੋਣਾ, ਕਿਉਂਕਿ ਉਹ ਪਹਿਲਾਂ ਹੀ ਅਲੱਗ ਹੋ ਕੇ ਬੈਠੀ ਹੈ। ਇਹੋ ਵਿਰਾਗ ਹੈ ਨਿਜਰ ਸਾਹਿਬ। ਬਿਲकुल। हाँ, आगे चलिए नजर साहब। आगे पौड़ी आ गई गोरखी साहब। पौड़ी से गुरसिख धन धन है जिनी गुर उपदेश सुनिया हर कन्नी। हुण देखो गुरसिख बहुत सारे है गोरखी साहब,
ਬਥੇਰੇ ਹੈ ਕਿ ਕਈ ਤਾਂ ਦਾਲ ਫੁਲਕਾ ਖਾਣ ਵਾਲੇ ਆ ਜਾਂਦੇ ਆ। ਕਹਿੰਦੇ ਸੇ ਗੁਰਸਿੱਖ ਧੰਨ ਧੰਨ ਹੈ, ਉਹੀ ਗੁਰਸਿੱਖ ਧੰਨ ਧੰਨ ਆ ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣੀ ਆ, ਕੰਨ ਲਾ ਕੇ ਸੁਣੀ ਆ, ਧਿਆਨ ਲਗਾ ਕੇ ਸੁਣੀ ਆ। ਪਹਿਲਾਂ ਤਾਂ ਆਹ ਚੀਜ਼ ਆ ਮੇਨ ਚੀਜ਼। ਫਿਰ ਗੁਰੇ ਸਤਿਗੁਰੇ ਨਾਮ ਦ੍ਰਿੜਾਇਆ ਤਿਨੇ ਹਉਮੈ ਦੁਬਿਧਾ ਭੰਨੀ। ਕੀ ਗੱਲ ਸੁਣੀ ਬਈ ਗੁਰੂ ਸਤਿਗੁਰੂ ਨੇ ਕਿਹਾ ਬਈ ਪਰਮੇਸ਼ਰ ਦਾ ਨਾਮ ਧਿਆਨ ਸਿਮਰਨ ਕਰਨਾ ਹੈ, ਵਿਚਾਰ ਬੰਦ ਕਰਨੇ, ਨਾਮ ਧਨ ਇਕੱਠਾ ਕਰਨਾ ਹੈ, ਉਹਦੇ ਨਾਲ ਤੇਰੀ ਹਉਮੈ ਜਾਏਗੀ। ਉਹਦੇ ਨਾਲ ਫਿਰ ਹਉਮੈ ਤੇ ਦੁਬਿਧਾ ਭੰਨ ਦਿੱਤੀ ਉਹਨਾਂ ਨੇ, ਇੱਕ ਹੋ ਗਏ। ਅੰਦਰ ਵੀ ਇੱਕ ਬਾਹਰ ਵੀ ਇੱਕ, ਸਾਰਾ ਇੱਕ ਨਜ਼ਰ ਆਉਣ ਲੱਗ ਗਿਆ। ਕੋਈ ਬੈਰੀ ਨਹੀਂ, ਕੋਈ ਬੇਗਾਨਾ ਨਹੀਂ। ਬਿਨ ਹਰ ਨਾਮੈ ਕੋ ਮਿੱਤਰ ਨਾਹੀ, ਵਿਚਾਰ ਡਿੱਠਾ ਹਰ ਜੰਨੀ। ਉਹ ਹਰੀ ਦੇ ਜਨਾਂ ਨੇ ਕੀ ਵਿਚਾਰਿਆ ਕਿ ਨਾਮ ਤੋਂ ਬਗੈਰ ਭਾਈ, ਪਰਮੇਸ਼ਰ ਦੇ ਨਾਮ ਤੋਂ ਬਗੈਰ ਕੋਈ ਮਿੱਤਰ ਨਹੀਂ ਆਪਣਾ। ਨਾਮ ਹੀ ਇੱਥੇ ਵੀ ਆਪਣਾ ਮਿੱਤਰ ਬਣਨਾ ਹੈ, ਨਾਮ ਨੇ ਸਹਾਇਤਾ ਕਰਨੀ ਹੈ, ਨਾਮ ਨੇ ਜਿਹੜਾ ਹੈਗਾ ਆਪਾਂ ਨੂੰ ਮਾਇਆ ਤੋਂ ਬਚਾਉਣਾ ਹੈ, ਅੱਗੇ ਵੀ ਨਾਮ ਨੇ ਨਾਲ ਜਾਣਾ ਹੈ। ਅੱਗੇ ਧਰਮਰਾਜ ਨੇ ਵੀ ਨਾਮ ਤੋਂ ਹੀ ਮੰਨਣਾ ਹੈ। ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਤਿਨੀ ਸਤਿਗੁਰ ਕੀ ਗੱਲ ਮੰਨੀ। ਦੇਖ ਲਓ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ, ਦੇਖ ਲਓ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣਿਆ ਹਰ ਕੰਨੀ, ਉਹਨਾਂ ਤੇ ਪਰਮੇਸ਼ਰ ਖੁਸ਼ ਹੋ ਜਾਂਦਾ ਹੈ। ਬਈ ਗੁਰੂ ਦੀ ਗੱਲ, ਗੁਰੂ ਦੇ ਮੁਖ ਤੋਂ ਪਰਮੇਸ਼ਰ ਬੋਲਦਾ ਹੈ। ਜੋ ਗੁਰਸਿੱਖ ਜੋ ਗੁਰਮੁਖ ਨਾਮ ਧਿਆਇਂਦੇ, ਤਿਨੀ ਚੜੀ ਚਵਗਣ ਵੰਨੀ। ਕਹਿੰਦੇ ਜੋ ਗੁਰਸਿੱਖ ਨਾਮ ਧਿਆਨ ਸਿਮਰਨ ਕਰਦੇ ਆ, ਪਰਮਾਤਮਾ ਉਹਨਾਂ ਨੂੰ ਚੌਗੁਣੀ ਤਰੱਕੀ ਦਿੰਦਾ ਹੈ, ਚੌਗੁਣੀ। ਤਿਨੀ ਚੜੀ ਚਵਗਣ, 4 ਗੁਣੀ। ਇੱਕ ਆਪਾਂ ਇੱਕ ਸਟੈਪ ਚੱਕਦੇ ਹਾਂ, ਪਰਮੇਸ਼ਰ 4 ਸਟੈਪ ਲੈ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਇੱਕ ਤਰਫ ਦੇਖੋ ਸੇ ਗੁਰਮੁਖ ਤੇ ਗੁਰਸਿੱਖ ਧੰਨ ਧੰਨ ਹੈ, ਜਿਨ ਗੁਰੂ ਉਪਦੇਸ਼ ਸੁਣਿਆ ਹਰ ਕੰਨੀ। ਹਾਂ, ਕੰਨ ਲਗਾ ਕੇ ਜਿਨ੍ਹਾਂ ਨੇ ਇਸ ਗੱਲ ਨੂੰ ਸੁਣਿਆ, ਫਿਰ ਉਸ ਦੇ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ, ਕੇਵਲ ਉਹ ਧੰਨ ਨੇ। ਬਿਲਕੁਲ ਉਹ ਧੰਨ ਆ। ਤੇ ਜਿਨ੍ਹਾਂ ਨੇ ਕੇਵਲ ਸੁਣ ਕੇ ਹੀ ਤੇ ਇੱਕ ਕੰਨ ਥਣੋਂ ਦੂਜੇ ਕੰਨ ਥਣੀ ਕੱਢਤੀ ਆ, ਜਾਂ ਕੰਨ ਥਣੀ ਸੁਣੀ ਆ ਤੇ ਮੂੰਹ ਥਣੀ ਕੱਢਤੀ ਆ, ਉਹਦਾ ਕੋਈ ਫਾਇਦਾ ਨਹੀਂ ਜੇ ਨਾ। ਕਿਉਂਕਿ ਉਹਦਾ ਇਸਤੇਮਾਲ ਹੀ ਨਹੀਂ ਹੋਇਆ। ਅੱਗੇ ਦੱਸਦੇ ਅਗਲੀ ਲਾਈਨ 'ਚ ਕਹਿੰਦੇ ਆ ਕਿ ਇਸਤੇਮਾਲ ਕੀਤਾ ਉਹਨਾਂ ਨੇ। ਗੁਰੇ ਸਤਿਗੁਰੇ ਨਾਮ ਦ੍ਰਿੜਾਇਆ ਤਿਨੇ ਹਉਮੈ ਦੁਬਿਧਾ ਭੰਨੀ। ਕਿਨੇ? ਨਾਮ ਨੇ ਦ੍ਰਿੜਾ ਦਿੱਤਾ। ਜਿਹੜਾ ਨਾਮ ਉਹ ਕੰਮ ਕਰਨ ਦੇ ਨਾਲ ਉਸਨੇ ਹਉਮੈ ਦੁਬਿਧਾ ਭੰਨ ਦਿੱਤੀ। ਹਾਂਜੀ ਵੀਰ ਜੀ। ਫਿਰ ਉਹ ਕਹਿੰਦੇ ਆ ਕਿ ਕੀ ਪਤਾ ਲੱਗੂ ਕਿ ਇਹਨੇ ਉਪਦੇਸ਼ ਸੁਣਿਆ। ਕਹਿੰਦੇ ਕਿ ਉਹਨਾਂ ਨਾਮ ਏਦਾਂ ਦ੍ਰਿੜਾਇਆ, ਪੱਕਾ ਕੀਤਾ ਕਿ ਜਿੰਨੇ ਹਉਮੈ ਨੂੰ ਨਸ਼ਟ ਕਰ ਦਿੱਤਾ। ਹਾਂ, ਦੁਬਿਧਾ। ਤੇ ਜਿਹੜੀ ਦੁਬਿਧਾ ਦਾ ਮਤਲਬ ਜੋ ਸੱਚ ਨੂੰ ਨਹੀਂ ਸਮਝ ਸਕਦਾ, ਜਿਸਨੂੰ ਇਹ ਨਹੀਂ ਪਤਾ ਸੱਚ ਕੀ ਹੈ ਤੇ ਝੂਠ ਕੀ ਹੈ, ਜਿਹਦੀ ਬੁੱਧੀ ਕੰਮ ਨਹੀਂ ਕਰ ਪਾ ਰਹੀ, ਕਨਫਿਊਜ਼ਡ ਹੈਗਾ, ਉਹਨੂੰ ਇਹ ਨਹੀਂ ਪਤਾ ਕਿ ਮੈਂ ਸੱਜੇ ਰਾਹ ਤੇ ਜਾਣਾ ਜਾਂ ਖੱਬੇ ਰਾਹ ਤੇ ਜਾਣਾ, ਉਹ ਦੁਬਿਧਾ 'ਚ ਬੈਠਾ ਨਿਜਸਾ। ਬਿਲਕੁਲ। ਦੁਬਿਧਾ ਮਤਲਬ ਉਹਨੂੰ ਦੋਵਾਂ ਦੇ ਵਿੱਚ ਕੀ ਸਹੀ ਆ ਉਹਦੇ ਬਾਰੇ ਨਹੀਂ ਪਤਾ, ਉਹ ਦੁਬਿਧਾ ਦੇ ਵਿੱਚ ਬੈਠਾ। ਹੁਣ ਨਹੀਂ ਪਤਾ ਦਾ ਮਤਲਬ ਇਹ ਨਹੀਂ ਕਿ ਉਹਨੂੰ ਪਤਾ ਨਹੀਂ ਆ, ਉਹਨੂੰ ਪਤਾ ਵਾ ਕੀ ਸਹੀ ਕੀ ਗਲਤ ਆ, ਪਰ ਉਹ ਬੰਦਾ ਬੜਾ ਬੇਸ਼ਰਮ ਆ, ਉਹ ਗਲਤ ਦੀ ਚੋਣ ਕਰਦਾ। ਉੱਥੇ ਲਾਲਚ ਵੇਖਦਾ, ਉੱਥੇ ਫੁੱਲੀਆਂ ਵੇਖ ਕੇ ਗਲਤ ਦੇ ਵਿੱਚ ਹੱਥ ਪਾ ਲੈਂਦਾ। ਇਹੋ ਦੀ ਪ੍ਰੋਬਲਮ ਹੈ, ਕਿਉਂਕਿ ਆਤਮਿਕ ਸ਼ਕਤੀ ਬਹੁਤ ਕਮਜ਼ੋਰ ਹੈ। ਇਸ ਕਰਕੇ ਮਨ ਜਿਹੜਾ ਹੈ ਉਹ ਅਵਿਦਿਆ, ਅਗਿਆਨ ਦੀ ਜ਼ਿਆਦਾ ਗੱਲ ਮੰਨਦਾ ਹੈ। ਫਿਰ ਜੋ ਮੰਨੂਗਾ ਤਾਂ ਫਿਰ ਕੀ ਹੁੰਦਾ? ਫਿਰ ਕਹਿੰਦੇ ਬਿਨ ਹਰ ਨਾਵੇਂ ਕੋ ਮਿੱਤਰ ਨਹੀਂ, ਕੋ ਮਿੱਤਰ ਨਹੀਂ, ਕੋਈ ਮਿੱਤਰ ਨਹੀਂ ਹੈ ਨਾਮ ਤੋਂ ਬਗੈਰ। ਵਿਚਾਰ ਡਿੱਠਾ ਹਰ ਜਨੀ। ਪਰਮੇਸ਼ਰ ਦੇ ਜਨਾਂ ਨੇ, ਹਰੀ ਦੇ ਜਨਾਂ ਨੇ, ਜਿਹੜੇ ਗੁਰਸਿੱਖ ਹੈਗੇ ਆ, ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨੀ ਹੈ, ਧਿਆਨ ਸਿਮਰਨ ਕੀਤਾ ਹੈ, ਉਹਨਾਂ ਨੇ ਦੇਖ ਲਿਆ ਭਾਈ ਨਾਮ ਤੋਂ ਬਗੈਰ ਕੋਈ ਮਿੱਤਰ ਨਹੀਂ ਹੈ। ਸਾਰਾ ਕੁਛ ਨਾਮ ਦੇ ਨਾਲ ਹੋ ਰਿਹਾ ਹੈ, ਸਾਰੀ ਉਚਾਈ ਨਾਮ ਦੇ ਨਾਲ ਆ ਰਹੀ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਤੁਸੀਂ ਆਪਣੇ ਆਲੇ ਦੁਆਲੇ ਵੈਸੇ ਭੀੜ ਤੇ ਬਹੁਤ ਦੇਖਦੇ ਜੋ, ਪਰ ਇਹ ਸਾਰੀ ਭੀੜ ਜਿਹੜੀ ਹੈ ਨਾ ਬੜੀ ਜ਼ਰੂਰਤਾਂ ਦੇ ਨਾਲ ਤੁਹਾਡੇ ਨਾਲ ਵੱਜੀ ਹੈ। ਆਖਰ ਤੇ ਤੁਸੀਂ ਇਕੱਲੇ ਹੀ ਜੋ, ਇਹੋ ਸੱਚ ਹੈ। ਹੁਣ ਜਿੰਨਾ ਚਿਰ ਤੱਕ ਸਾਡੇ ਦਿਮਾਗ 'ਚ ਇਹ ਗੱਲ ਨਹੀਂ ਨਾ ਪੈਂਦੀ, ਉਹਨਾਂ ਚਿਰ ਤੱਕ ਸਾਨੂੰ ਅਕਲ ਨਹੀਂ ਆਉਂਦੀ। ਪਰ ਇਹ ਸਾਡੇ ਦਿਮਾਗ 'ਚ ਉਦੋਂ ਆਉਂਦੀ ਆ ਕਿ ਜਦੋਂ ਸਾਨੂੰ ਸੰਸਾਰ ਇੱਕਦਮ
ਪੁਰਾਣੇ ਟਾਇਰ ਵਾਂਗੂ ਲਾ ਕੇ ਸਾਈਡ ਤੇ ਰੱਖ ਦਿੰਦਾ, ਫਿਰ ਜਾ ਕੇ ਸਾਨੂੰ ਗਿਆਨ ਹੁੰਦਾ। ਦੇਖੋ ਜਿਹੜਾ ਮਿੱਤਰ ਹੈ ਨਾ, ਮਿੱਤਰ ਤੁਹਾਡਾ ਨਾਮ ਹੈ ਭਗਤੀ। ਬਸ ਬਸ, ਕਿਉਂਕਿ ਅੰਤ ਵੇਲੇ ਉਹ ਕਿਸੇ ਨੇ ਤੁਹਾਡੀ ਮਦਦ ਨਹੀਂ ਜੋ ਕਰਨੀ, ਉੱਥੇ ਨਾਮ ਤੁਹਾਡੇ ਸੰਗ ਜਾਣਾ ਹੈ। ਕੋਈ ਰਸਤਾ ਜਿਹੜਾ ਏਦਾਂ ਦਾ ਨਾ, ਬੜਾ ਟੁੱਟਾ ਭੱਜਾ ਜਿਹਾ ਰਸਤਾ ਹੈ, ਏਡਾ ਵਧੀਆ GT ਰੋਡ ਨਹੀਂ ਹੁੰਦੀ। ਬ੍ਰਹਮ ਗਿਆਨੀ ਇਹ ਗੋਰਖੀ ਰਸਤਾ ਸਾਹਿਬ, ਤੁਸੀਂ ਖਰਾਬ ਬ੍ਰਹਮ ਗਿਆਨੀ ਬਾਂਹ ਫੜ ਕੇ ਥੋੜੀ ਨਾ ਆਪਾਂ ਨੂੰ ਉੱਥੇ ਤੱਕ ਲੈ ਜਾਣਗੇ। ਉਹਨਾਂ ਨੇ ਤਾਂ ਗਿਆਨ ਦੇਣਾ, ਸਾਂਝਾ ਗਿਆਨ ਸਾਰਿਆਂ ਨੂੰ ਦੇਣਾ। ਜਿਨ੍ਹਾਂ ਨੇ ਲੈ ਲਿਆ ਤੇ ਜਿਹਨਾਂ ਨੇ ਅਮਲ ਕਰ ਲਿਆ ਤੇ ਉਹ ਪਾਰ ਹੋ ਜਾਣਗੇ। ਜੇ ਜਿਨ੍ਹਾਂ ਨੇ ਜਿਹੜਾ ਹੈਗਾ ਨਹੀਂ ਅਮਲ ਕੀਤਾ, ਖਤਮ ਹੈ, ਉਹਨਾਂ ਦੀ ਕਹਾਣੀ ਤਾਂ ਹੈ ਹੀ ਨਹੀਂ। ਬਸ ਆਹ ਗੱਲ ਹੈ। ਬ੍ਰਹਮ ਗਿਆਨੀ ਥੋੜੀ ਨਾ ਮਿੱਤਰ ਜਿਹੜੇ ਹੈਗੇ ਉਹ ਆਖਰੀ ਤੱਕ ਤੁਹਾਨੂੰ ਚੱਕ ਕੇ ਤੇ ਉਹ ਪਾਰ ਕਰਾ ਦੇਣਗੇ। ਨਿੱਜਰ ਸਾਹਿਬ, ਤੁਹਾਡਾ ਬੱਚਾ ਨਾ ਛੋਟਾ ਜਿਹਾ ਹੋਵੇ ਨਾ, ਅੱਧਾ ਘੰਟਾ ਚੁੱਕ ਕੇ ਵੇਖੋ, ਮੁੜ ਕੇ ਘੰਟੇ ਤੱਕ ਤੁਸੀਂ ਖੁਦ ਹੀ ਕਹਿਣਾ, ਭਰਾ ਬੱਚੇ ਪੁੱਤ ਤੂੰ ਆਪ ਤੁਰਦਾ, ਆਪ ਤੁਰ, ਤੇਰੀਆਂ ਲੱਤਾਂ ਵੇ ਕਿੱਡੀਆਂ ਵਧੀਆ ਮਜ਼ਬੂਤ ਹੋ ਜਾਣੀਆਂ, ਤੇ ਬੜਾ ਸੋਹਣਾ ਬੱਚਾ ਵਾ। ਕਿਉਂਕਿ ਕਿਸੇ ਦਾ ਬੋਝ ਕੋਈ ਚੁੱਕ ਹੀ ਨਹੀਂ ਸਕਦਾ ਨਿੱਜਰ ਸਾਹਿਬ। ਬਿਲਕੁਲ। ਆਪਣਾ ਚੁੱਕੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ, ਨਾਲੇ ਪਰ ਕਿਸੇ ਦਾ ਚੁੱਕੋਗੇ 5 ਕਿਲੋ ਵੀ ਤੁਹਾਨੂੰ ਭਾਰੀ ਪੈਣਾ। ਹਾਂਜੀ, ਨਾਲੇ ਫਾਉਲ ਹੋ ਜਾਏਗਾ ਨਾ ਗੋਰਖੀ ਸਾਹਿਬ। ਜੇ ਕੋਈ ਚੁੱਕ ਕੇ ਲੈ ਕੇ ਜਾ ਰਿਹਾ ਹੈ, ਬ੍ਰਹਮ ਗਿਆਨੀ ਕਿਸੇ ਨੂੰ ਚੁੱਕ ਕੇ ਪਾਰ ਕਰਾ ਰਿਹਾ ਹੈ, ਅਗਲਾ ਜਿਹੜਾ ਹੈ ਲੜਾਈ ਨਹੀਂ ਲੜ ਰਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ, ਫਿਰ ਕਾਹਦੀ ਗੇਮ ਹੋਈ ਭਾਈ? ਨਿੱਜਰ ਸਾਹਿਬ, ਤੁਹਾਡੇ ਮੋਢੇ ਤੇ ਜਦੋਂ ਤੁਰਦੇ ਹੋ ਕੋਈ ਹੱਥ ਵੀ ਰੱਖਦੇ ਨਾ ਤੇ ਉਹ ਵੀ ਬੋਝ ਹੋ ਜਾਂਦਾ ਜੇ ਇੱਕ ਮਾੜਾ ਜਿਹਾ ਹੱਥ ਰੱਖਿਆ। ਬਿਲਕੁਲ। ਤੇ ਸਾਨੂੰ ਭਵ ਸਾਗਰ ਤੋਂ ਕਿੰਨੇ ਚੁੱਕ ਕੇ ਗਾਂ ਲੈ ਜਾਣਾ ਹੈ? ਉਹ ਕੇਵਲ ਸਾਨੂੰ ਗਿਆਨ ਹੀ ਦੇ ਸਕਦੇ ਆ, ਸਾਨੂੰ ਸਮਝਾ ਸਕਦੇ ਆ। ਬਿਲਕੁਲ। ਸਾਡੀ ਜਗ੍ਹਾ ਤੇ ਚੰਗੇ ਕਰਮ ਨਹੀਂ ਕਰ ਸਕਦੇ। ਕਣ ਬਾਣੀ ਚ ਵੀ ਆਇਆ ਇਸੇ ਗੱਲ ਦਾ ਜ਼ਿਕਰ ਕੀਤਾ। ਫਿਰ ਕਹਿੰਦੇ ਆ ਕਿ ਅਗਲੀ ਤੁਕ ਬੋਲੋ, ਜਿਨ ਗੁਰ ਸਿੱਖਾਂ ਕੋ ਹਰ ਸੰਤੁਸ਼ਟ ਹੈ, ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਤਿਨੀ ਸਤਿਗੁਰ ਕੀ ਗੱਲ ਮੰਨੀ। ਬਸ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨੀ, ਪਰਮਾਤਮਾ ਖੁਸ਼ ਹੈ ਉਹਨਾਂ ਦੇ ਉੱਤੇ। ਤੇ ਜਿਹੜਾ ਉਹ ਜੋ ਕਹਿ ਰਹੇ ਨੇ ਬਾਣੀ ਦੇ ਵਿੱਚ, ਉਹਨੂੰ ਫੋਲੋ ਕਰਦਾ ਹੈ, ਪਰ ਭਗਤੀ ਕਰਦਾ ਹੈ, ਤੇ ਫਿਰ ਕੀ ਹੁੰਦਾ ਹੈ? ਪਰਮਾਤਮਾ ਖੁਸ਼ ਹੁੰਦਾ ਹੈ, ਫਿਰ ਹੀ ਪਰਮਾਤਮਾ ਉਹਨਾਂ ਦੀ ਗੱਲ ਮੰਨਦਾ ਜੀ। ਬਸ। ਕਿਉਂਕਿ ਜੇਕਰ ਆਪਾਂ ਹੀ ਨਹੀਂ ਪਰਮਾਤਮਾ ਦੀ ਗੱਲ ਮੰਨਦੇ ਪਏ ਤੇ ਫਿਰ ਪਰਮਾਤਮਾ ਸਾਡੀ ਗੱਲ ਕਿੱਥੋਂ ਮੰਨੂਗਾ? ਹੁਣ ਤੁਸੀਂ ਨਿੱਜਰ ਸਾਹਿਬ, ਆਪਾਂ ਹੀ ਘਰੇ ਹੋਈਏ, ਹੁਣ ਤੁਸੀਂ ਮੈਨੂੰ ਕੋਈ ਕੰਮ ਕਿਹਾ ਤੇ ਮੈਂ ਕਰਤਾ, ਤੇ ਫਿਰ ਮੈਂ ਤੁਹਾਨੂੰ ਕੰਮ ਕਹਿਤਾ ਤੇ ਤੁਸੀਂ ਕਰਤਾ। ਹੁਣ ਤੁਸੀਂ ਮੈਨੂੰ ਕੰਮ ਕਹਿ ਰਹੇ ਜੋ, ਮੈਂ ਕਰਦਾ ਹੀ ਨਹੀਂ ਪਿਆ, ਔਰ ਕੱਲ ਨੂੰ ਮੈਂ ਤੁਹਾਡੇ ਗਾਂਵ ਆ ਤੇ ਤੁਸੀਂ ਮੇਰਾ ਕੰਮ ਕਰੋਗੇ, ਤੁਸੀਂ ਕਹੋਗੇ ਚਰਨਜੀਤ ਤੂੰ ਕੀਤਾ ਮੇਰਾ ਕੰਮ। ਇਸ ਕਰਕੇ ਪ੍ਰਕਿਰਤੀ ਦੇ ਵਿੱਚ ਪਹਿਲਾਂ ਤੇ ਸਾਡਾ ਕਰਮ ਇਹੋ ਹੀ ਆ ਕਿ ਆਪਾਂ ਸਹੀ ਤਰ੍ਹਾਂ ਜੀਵਨ ਬਤੀਤ ਕਰੀਏ। ਇਹੋ ਹੀ ਕਰਮ ਪ੍ਰਕਿਰਤੀ ਚਾਹੁੰਦੀ ਹੈ ਸਾਡੇ ਤੋਂ। ਤੇ ਜਦੋਂ ਸਹੀ ਤਰ੍ਹਾਂ ਜੀਵਨ ਬਤੀਤ ਕਰੋਗੇ ਤੇ ਫਿਰ ਸਾਰਾ ਕੁਝ ਸੈੱਟ ਹੋ ਜਾਣਾ। ਫਿਰ ਅਗਲੇ ਬੰਨੇ ਕੀ ਕਹਿ ਰਹੇ ਨੇ? ਜੋ ਗੁਰਮੁਖੇ ਨਾਮ ਧਿਆਇਂਦੇ ਤਿਨੀ ਚੜੀ ਚਵਗਣ ਵੰਨੀ। ਦੇਖੋ ਆਖਰੀ ਦੇ ਵਿੱਚ ਗੋਰਖੀ ਸਾਹਿਬ ਕਲੀਅਰ ਕਰਤਾ ਮਹਾਰਾਜ ਨੇ, ਕਹਿੰਦੇ ਭਈ ਧਿਆਨ ਸਿਮਰਨ ਜਿਹੜੇ ਕਰਦੇ ਆ, ਸਿਰਫ ਧਿਆਨ ਸਿਮਰਨ ਜਿਹੜੇ ਕਰਦੇ ਆ ਗੁਰੂ ਦੇ ਰਾਹੀਂ, ਉਹਨਾਂ ਨੂੰ ਹੀ ਚੌਗੁਣੀ ਤਰੱਕੀ ਮਿਲਣੀ। ਹਾਂਜੀ ਵੀਰ ਜੀ। ਹਾਂਜੀ, ਤਰੱਕੀ ਤੋਂ ਭਾਵ ਆ ਪ੍ਰੋਗਰੈਸ। ਨਹੀਂ ਤੇ ਕਹਿੰਦੇ ਆਊਟਪੁੱਟ ਨਹੀਂ ਨਿਕਲੇਗਾ। ਕਿਉਂਕਿ ਦੇਖੋ ਜਿਹੜਾ ਤੁਹਾਡਾ ਮਨ ਹੈ, ਮਨ ਇੱਕ ਪਤੀਲਾ ਹੈ, ਪਤੀਲੇ 'ਚ ਤੁਸੀਂ ਅੰਮ੍ਰਿਤ ਤੇ ਇਕੱਠਾ ਤਾਂ ਕਰੋਗੇ ਨਾ ਤੇ ਜਾਂ ਤਾਂ ਪਤੀਲੇ ਦਾ ਥੱਲਾ ਬਰਾਬਰ ਹੋਵੇ। ਹੁਣ ਪਤੀਲੇ 'ਚ ਛੇਕ ਹੋਣ ਵਿਚਾਰਾਂ ਦੇ ਰੂਪ 'ਚ, ਤੁਸੀਂ ਕੋਈ ਚੀਜ਼ ਪਾਈ ਵੀ ਤੇ ਟਿਕਣੀ ਨਹੀਂ। ਬਿਲਕੁਲ, ਫਾਇਦਾ ਕੁਝ ਨਹੀਂ ਹੋਣਾ ਜਿੰਨਾ ਚਿਰ ਮਰਜ਼ੀ ਪਾਣੀ ਪਾਈ ਜੋ। ਤੇ ਇਸ ਕਰਕੇ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਜੇਕਰ ਭਗਤੀ ਕਰੀਏ ਤਾਂ ਭਗਤੀ ਸਾਡੇ ਅੰਦਰ ਠਹਿਰੇ। ਗੋਰਖੀ ਸਾਹਿਬ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜ਼ਹਿਰ ਵਿੱਚ ਪਾ ਕੇ ਉਹਦੇ ਵਿੱਚ ਤੁਸੀਂ ਕਹੋ ਵੀ ਅੰਮ੍ਰਿਤ ਵੀ ਪਾ ਦਿਓ, ਇਹ ਹੋ ਸਕਦਾ? ਨਹੀਂ, ਉਹ ਤੇ ਗੜਬੜ ਹੋ ਜਾਏਗੀ ਨਾ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਬਹੁਤ ਵਧੀਆ, ਠੀਕ ਹੈ ਜੀ। ਵਾਹਿਗੁਰੂ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਵਿਸ਼ਵਤ ਦੇਸ਼ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸੰਗਤ ਦੀ ਚੁੱਪ ਹੋ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ